ਦੋਸ਼ੀ ਪਾਏ ਗਏ ਐਸਐਸਪੀ ਚਰਨਜੀਤ ਸ਼ਰਮਾ ਲੇਟੈਸਟ ਗ੍ਰਿਫਤਾਰੀ ਫੇਰ ਹੋ ਗਈ ਹੈਗੀ ਹੈ। ਪੰਕਜ ਬਾਂਸਲ ਕਰੋਨਾ ਹੈਗਾ ਉਹ ਤਾਂ ਹੈ ਹੀ ਨਹੀਂ ਹੈ ਕਿ ਹੈਲਥ ਡਿਪਾਰਟਮੈਂਟ ਵੱਲੋਂ ਜਿੰਨੀ ਚੀਜ਼ ਬਣਦੀ ਸੀ ਉਨੀ ਚੀਜ਼ ਪ੍ਰੋਵਾਈਡ ਨਹੀਂ ਕਰਵਾਈ। ਸਾਨੂੰ ਕਲੱਬਾਂ ਜਿਹੜੀਆਂ ਸਾਡੇ ਸੋਸ਼ਲ ਮੀਡੀਆ ਜਿਹੜੇ ਹੈਗੇ ਆ ਕਲੱਬ ਹੈਗੇ ਆ, ਜੇ ਸਾਨੂੰ ਉਹੀ ਪੀਈ ਕਿੱਟਾਂ ਦੇ ਰਹੇ ਆ, ਉਹੀ ਮਾਸਕ ਦੇ ਰਹੇ ਆ, ਉਹੀ ਸੈਨੀਟਾਈਜ਼ਰ ਦੇ ਰਹੇ ਆ, ਹੈਲਥ ਡਿਪਾਰਟਮੈਂਟ ਦੇ ਵਿੱਚ ਜਾ ਕੇ ਸਿਵਲ ਹਸਪੀਟਲਾਂ ਦੇ ਡਾਕਟਰਾਂ ਨੂੰ ਦੇ ਰਹੇ ਆ ਵੀ ਸਾਨੂੰ ਜੀ ਇਸ ਸੰਸਥਾ ਨੇ ਆਹ ਦਿੱਤਾ, ਫੋਟੋ ਖਿੱਚ ਕੇ ਲੱਗ ਰਹੀ ਹੈ, ਮੀਡੀਆ 'ਚ ਆ ਰਹੀ ਹੈ। ਜੇਕਰ ਇਹ ਦੇ ਰਹੇ ਆ ਤਾਂ ਫਿਰ ਸਰਕਾਰਾਂ ਨੇ ਕੀ ਦਿੱਤਾ? ਸਰਕਾਰਾਂ ਨੇ ਕਿੰਨਾ ਕੁ ਸਾਨੂੰ ਮਾਸਕ ਵੰਡੇ ਹੈਗੇ ਆ, ਸਰਕਾਰਾਂ ਨੇ ਕਿੰਨਾ ਕੁ ਸਾਨੂੰ ਸੈਨੀਟਾਈਜ਼ਰ ਦਿੱਤਾ ਹੈਗਾ, ਸਰਕਾਰਾਂ ਨੇ ਕਿੰਨਾ ਕੁ ਸਾਨੂੰ ਕੋਈ ਮੈਡੀਸਨ ਪ੍ਰੋਵਾਈਡ ਕਰਵਾਤੀ ਹੈਗੀ। ਆਪਣਾ ਫਰੈਂਡਸ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਤੁਸੀਂ ਦੇਖ ਰਹੇ ਹੋ ਸਾਫ਼ ਤੇ ਸਿੱਧੀ ਗੱਲ। ਤੇ ਅੱਜ ਮੇਰਾ ਸਾਥ ਦੇਣਗੇ ਪੰਜਾਬ ਤੋਂ ਅਮਨਦੀਪ ਸਿੰਘ ਲੱਕੀ ਜੀ। ਤੇ ਅਮਨਦੀਪ ਲੱਕੀ ਜੀ ਦਾ ਮੈਂ ਦੱਸਦੇ ਹਾਂ ਕਿ ਮਗਰਲੇ 18 ਸਾਲਾਂ ਦਾ ਇਹਨਾਂ ਦਾ ਜਰਨਲਿਜ਼ਮ ਦਾ ਆਪਣਾ ਐਕਸਪੀਰੀਅੰਸ ਹੈਗਾ। ਤੇ ਜਰਨਲਿਜ਼ਮ ਇੱਕ ਉਹ ਪੇਸ਼ਾ ਹੈਗਾ ਜਦੋਂ ਤੁਸੀਂ ਲੋਕ ਆਪਣੇ ਘਰ ਰਹਿੰਦੇ ਹੋ ਜਾਂ ਆਪਣੇ ਕਾਰੋਬਾਰ ਤੇ ਹੁੰਦੇ ਜੇ, ਆਪਣੇ ਬਿਜ਼ਨਸ ਤੇ ਹੁੰਦੇ ਹੋ, ਤੇ ਤੁਹਾਡੇ ਕੋਲ ਦੁਨੀਆ ਦੀ ਹਰ ਖਬਰ ਤੁਹਾਡੇ ਮੋਬਾਈਲ ਤੇ ਤੁਹਾਡੇ ਟੀਵੀ ਤੇ ਪਹੁੰਚਦੀ ਹੈ। ਤੇ ਉਸ ਚੀਜ਼ ਨੂੰ ਪਹੁੰਚਾਉਣ ਲਈ ਇੱਕ ਹੀ ਜਣਾ ਅੱਗੇ ਆਉਂਦਾ ਜਿਹੜਾ ਕਿ ਰਿਪੋਰਟਰ ਹੁੰਦਾ। ਤੇ ਰਿਪੋਰਟਰ ਦਾ ਇੱਕ ਆਪਣਾ ਹੀ ਤਜਰਬਾ ਹੈ ਇਸ ਲਾਈਫ ਦੇ ਵਿੱਚ ਕਿ ਉਹਨੇ ਦੁਨੀਆ 'ਚ ਬਾਹਰ ਨਿਕਲ ਕੇ, ਭਾਵੇਂ ਉਹ ਕੋਵਿਡ ਦਾ ਟਾਈਮ ਹੋਵੇ, ਭਾਵੇਂ ਉਹ ਜੰਗ ਦਾ ਟਾਈਮ ਹੋਵੇ, ਕਿਸੇ ਵੀ ਤਰ੍ਹਾਂ ਦਾ, ਉਹ ਹਰ ਹਾਲਾਤ ਦੇ ਵਿੱਚ ਉਹ ਬਾਹਰ ਨਿਕਲ ਕੇ ਤੁਹਾਡੇ ਤੱਕ ਪਹੁੰਚਾਉਂਦਾ। ਤੇ ਉਹਨਾਂ ਦੇ ਵਿੱਚੋਂ ਹੀ ਇੱਕ ਅੱਜ ਅਮਨਦੀਪ ਲੱਕੀ ਜੀ ਸਾਡੇ ਨਾਲ ਜੁੜੇ ਨੇ ਪੰਜਾਬ ਤੋਂ। ਅਮਨਦੀਪ ਲੱਕੀ ਜੀ, ਤੁਹਾਡਾ ਸਾਫ਼ ਤੇ ਸਿੱਧੀ ਗੱਲ 'ਚ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ, ਧੰਨਵਾਦ ਜੀ। ਅਮਨਦੀਪ ਜੀ, ਸਾਨੂੰ ਦੱਸੋ ਕਿ ਪੰਜਾਬ ਦੇ ਵਿੱਚ ਜਿਹੜਾ ਜਾਂ 4 ਸਾਲ ਪਹਿਲੇ ਇੱਕ ਕਾਂਡ ਹੋਇਆ ਸੀਗਾ ਬਰਗਾੜੀ ਦਾ, ਉਹਦੇ ਵਿੱਚ ਹੁਣ ਇੱਕ ਨਵੀਂ ਅਪਡੇਟ ਹੋਈ ਹੈ 2-3 ਦਿਨ ਪਹਿਲੇ। ਉਹ ਅਪਡੇਟ ਕੀ ਹੈਗੀ ਹੈ ਤੇ ਉਸ ਅਪਡੇਟ ਦੇ ਨਾਲ ਪੰਜਾਬ ਦੀਆਂ ਦੂਜੀਆਂ ਸਿਆਸੀ ਪਾਰਟੀਆਂ ਦੇ ਵਿੱਚ ਕੀ ਹਲਚਲ ਕੀ ਹੈਗੀ? ਬਿਲਕੁਲ, ਮੈਂ ਪਹਿਲਾਂ ਦੱਸਣਾ ਚਾਹੂੰਗਾ ਕਿ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਸੀਗਾ, ਉਹ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜਿਹੜਾ ਕਸਬਾ ਹੈਗਾ ਬਰਗਾੜੀ ਔਰ ਬੁਰਜ ਜਵਾਹਰ ਸਿੰਘ ਵਾਲਾ, ਉੱਥੋਂ ਇਹ ਸਾਰਾ ਜਿਹੜਾ ਮਾਮਲਾ ਸਾਹਮਣੇ ਆਇਆ ਸੀਗਾ। ਔਰ ਉਸ ਤੋਂ ਬਾਅਦ ਜਿਹੜੀ ਸਿੱਖ ਸੰਗਤ ਸੀਗੀ ਉਹਨਾਂ ਨੇ ਰੋਸ ਵਜੋਂ ਜਿਹੜਾ ਬਹਿਬਲ ਹੈਗਾ, ਬਹਿਬਲ ਗੋਲੀਕਾਂਡ ਜਿੱਥੇ ਹੋਇਆ ਸੀਗਾ, ਬਹਿਬਲ ਮੇਨ ਰੋਡ ਦੇ ਉੱਤੇ ਉਹਨਾਂ ਨੇ ਧਰਨਾ ਲਗਾ ਦਿੱਤਾ ਸੀਗਾ। ਧਰਨਾਕਾਰੀਆਂ ਨੂੰ ਨਿਖੇੜਨ ਵਾਸਤੇ ਪੁਲਿਸ ਵੀ ਉੱਥੇ ਪਹੁੰਚੀ ਸੀਗੀ, ਤਾਂ ਫਿਰ ਉੱਥੇ ਗੋਲੀ ਚੱਲੀ ਸੀ। ਗੋਲੀ ਤੋਂ ਦੌਰਾਨ 2 ਜਿਹੜੇ ਸਿੱਖ ਨੌਜਵਾਨ ਸੀਗੇ ਉਹਨਾਂ ਦੀ ਮੌਤ ਹੋ ਗਈ ਸੀਗੀ। ਉਸ ਨੂੰ ਲੈ ਕੇ ਫਿਰ ਰੋਸ ਬਹੁਤ ਜ਼ਿਆਦਾ ਸਿੱਖ ਸੰਗਤ ਦੇ ਵਿੱਚ ਪਾਇਆ ਗਿਆ ਸੀਗਾ। ਔਰ ਕੋਟਕਪੂਰਾ ਚੌਂਕ ਦੇ ਵਿੱਚ ਆ ਕੇ ਫਿਰ ਧਰਨਾ ਲੱਗਿਆ। ਕੋਟਕਪੂਰਾ ਵੀ ਗੋਲੀ ਚੱਲੀ ਸੀ ਜਦੋਂ, ਕਿਉਂਕਿ ਪੁਲਿਸ ਨੇ ਜਿਹੜਾ ਹਜੂਮ ਸੀਗਾ, ਸੰਗਤ ਸੀਗੀ ਜਿਹੜੀ ਬੈਠੀ ਸੀਗੀ, ਉਹਨਾਂ ਨੂੰ ਨਿਖੇੜਨ ਦੀ ਜਿਹੜੀ ਕੋਸ਼ਿਸ਼ ਕੀਤੀ ਸੀ। ਗੱਲਬਾਤ ਬਿਲਕੁਲ ਚੱਲਦੀ ਰਹੀ, ਲੇਕਿਨ ਕੋਈ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ। ਸਰਕਾਰ ਦੀ ਲਾ ਲਓ, ਚਾਹੇ ਪੁਲਿਸ ਦੀ ਲਾ ਲਓ, ਚਾਹੇ ਸਿੱਖ ਜਥੇਬੰਦੀਆਂ ਦੀ ਲਾ ਲਓ। ਔਰ ਮੈਂ ਇੱਥੇ ਡਿਟੇਲ ਦੇ ਵਿੱਚ ਤੁਹਾਨੂੰ ਦੱਸਣਾ ਚਾਹੂੰਗਾ ਕਿ ਜਸਟਿਸ ਰਣਜੀਤ ਸਿੰਘ ਜਿਹੜੇ ਸੀਗੇ, ਕਮਿਸ਼ਨ ਦੀ ਜਿਹੜੀ ਸੀਗੀ, ਉਹਨਾਂ ਨੂੰ ਗਠਿਤ ਕੀਤਾ ਗਿਆ ਸੀ। ਉਸ ਤੋਂ ਬਾਅਦ ਜਿਹੜਾ ਪੰਜਾਬ ਸਰਕਾਰ ਦੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਹੈ, ਉਹਨਾਂ ਵੱਲੋਂ 2018 ਦੇ ਵਿੱਚ ਇੱਕ ਸਿੱਟ ਬਣਾ ਦਿੱਤੀ ਗਈ ਸੀ, ਸਪੈਸ਼ਲ ਇਨਵੈਸਟੀਗੇਸ਼ਨ ਟੀਮ। ਔਰ ਜਿਹੜੀ ਇਹ ਸਿੱਟ ਬਣਾਈ ਸੀ, ਇਹਦੇ ਵਿੱਚ ਸੀਨੀਅਰ ਅਧਿਕਾਰੀ ਲਏ ਗਏ ਸੀਗੇ। ਔਰ ਇਹਨਾਂ ਦੀ ਜਿਹੜੀ ਕਮਾਂਡ ਕਰ ਰਹੇ ਸੀਗੇ ਕੁੰਵਰ ਵਿਜੇ ਪ੍ਰਤਾਪ, ਜਿਹੜੇ IPS ਅਧਿਕਾਰੀ ਹੈਗੇ ਨੇ, ਉਹ ਹੁਣ ਵੀ ਇਹਨਾਂ ਦੀ ਜਿਹੜੀ SIT ਦੀ ਜਿਹੜੀ ਕਮਾਂਡ ਕਰ ਰਹੇ ਹੈਗੇ ਨੇ। ਔਰ ਉਹਨਾਂ ਵੱਲੋਂ ਜਿਹੜਾ ਸਾਰਾ ਮਾਮਲਾ ਜਦੋਂ ਜਾਂਚਣ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਜਿਹੜੇ ਦੋਸ਼ੀ ਪਾਏ ਗਏ SSP ਚਰਨਜੀਤ ਸ਼ਰਮਾ, ਜੋ ਕਿ ਸਾਬਕਾ SSP ਹੈ, ਪਹਿਲਾਂ ਫਰੀਦਕੋਟ ਵੀ ਪੋਸਟਡ ਰਹੇ ਹੈ। ਔਰ ਜਦੋਂ ਇਹ ਸਾਰਾ ਘਟਨਾਕ੍ਰਮ ਹੋਇਆ ਉਦੋਂ ਉਹ ਮੋਗੇ ਪੋਸਟਡ ਸੀਗੇ। ਔਰ ਉਹਨਾਂ ਨੂੰ ਜਦੋਂ ਨਾਮਜ਼ਦ ਕੀਤਾ ਗਿਆ ਇਹਦੇ ਵਿੱਚ SIT ਨੇ, ਉਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਵੀ ਹੋਈ। ਉਸ ਤੋਂ ਬਾਅਦ ਦੂਸਰੀ ਗ੍ਰਿਫਤਾਰੀ ਹੋਈ ਪਰਮਰਾਜ ਸਿੰਘ ਉਮਰਾ ਨੰਗਲ ਹੋਰਾਂ ਦੀ। ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਇਸ ਮਾਮਲੇ ਦੇ ਵਿੱਚ ਜੇ ਤੀਸਰੀ ਜਿਹੜੀ ਗ੍ਰਿਫਤਾਰੀ ਹੋਈ ਹੈ, ਤੇ ਹਾਲ ਹੀ ਦੇ ਵਿੱਚ ਸੁਹੇਲ ਬਰਾੜ ਜੋ ਕਿ SP ਬਿਕਰਮਜੀਤ ਸਿੰਘ ਹੈ, ਜਿਹੜੇ ਕਿ ਚਰਨਜੀਤ ਸ਼ਰਮਾ ਦੇ ਨਾਲ ਉਦੋਂ ਜਿਹੜਾ ਬਹਿਬਲ ਗੋਲੀਕਾਂਡ ਜਦੋਂ ਹੋਇਆ ਹੈਗਾ, ਉਹਨਾਂ ਦੀ ਟੀਮ ਦੇ ਵਿੱਚ ਸ਼ਾਮਲ ਸੀਗੇ। ਔਰ ਉਹਨਾਂ ਨੂੰ ਪਹਿਲਾਂ ਵੀ ਮਾਣਯੋਗ ਅਦਾਲਤ ਵੱਲੋਂ ਜ਼ਮਾਨਤ ਮਿਲੀ ਹੈਗੀ ਹੈ। ਔਰ ਜਿਹੜੇ ਬਿਕਰਮਜੀਤ ਸਿੰਘ ਹੈਗੇ SP, ਉਹਨਾਂ ਦੇ ਨਜ਼ਦੀਕੀ ਦੱਸੇ ਜਾ ਰਹੇ ਸੀ ਸੁਹੇਲ ਬਰਾੜ। ਆਪ ਵੀ ਐਡਵੋਕੇਟ ਨੇ ਔਰ ਪਰਿਵਾਰ ਵੀ ਉਹਨਾਂ ਦਾ ਐਡਵੋਕੇਟ ਹੈਗਾ, ਸੰਬੰਧਿਤ ਰੱਖਦਾ ਉਸ ਕਿੱਤੇ ਦੇ ਨਾਲ। ਉਹਨਾਂ ਦੀ ਗ੍ਰਿਫਤਾਰੀ ਹੋਈ। ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਕੱਲ ਇੱਕ ਲੇਟੈਸਟ ਗ੍ਰਿਫਤਾਰੀ ਫੇਰ ਹੋ ਗਈ ਹੈਗੀ ਹੈ ਪੰਕਜ ਬਾਂਸਲ, ਜੋ ਕਿ ਉਹ ਵਿਅਕਤੀ ਹੈ ਜਿਸ ਦੀ ਕਿ ਪੰਕਜ ਮੋਟਰ ਦੇ ਨਾਂ ਤੇ ਇੱਕ ਇੱਥੇ ਏਜੰਸੀ ਸੀਗੀ ਉਸ ਟਾਈਮ ਦੇ ਵਿੱਚ ਫਰੀਦਕੋਟ ਦੇ ਵਿੱਚ।
ਤਾਂ ਕੀ ਹੋਇਆ ਕਿ ਇਹ ਜਿਹੜਾ ਪੁਲਿਸ ਵੱਲੋਂ ਜਿਹੜਾ ਜਦੋਂ ਬਚਾਅ ਪੱਖ ਦੇ ਵਕੀਲ ਦੇ ਦੱਸਣ ਮੁਤਾਬਕ ਜਦੋਂ ਇਹਨਾਂ ਪਹਿਲਾਂ ਬੰਦਿਆਂ ਨੂੰ ਬੁਲਾਇਆ ਗਿਆ ਆਪਣੇ ਵਰਸ਼ਨਾਂ ਵਾਸਤੇ, SIT ਦੇ ਸਾਹਮਣੇ ਇਹਨਾਂ ਦੇ ਵਰਸ਼ਨ ਲਏ ਗਏ, ਤਾਂ ਉਦੋਂ SIT ਨੇ ਕੁਝ ਹੋਰ ਜਿਹੜੀ ਪਲਾਨ ਕੀਤੀ ਸੀ, ਕੁਝ ਹੋਰ ਗੱਲਾਂ ਸਾਹਮਣੇ ਰੱਖੀਆਂ ਸੀਗੀਆਂ ਵੀ ਇਹਨਾਂ ਜਿਹੜੇ 2 ਵਿਅਕਤੀ ਹੈ ਇਹਨਾਂ ਦੀ ਆਹ ਸ਼ਮੂਲੀਅਤ ਹੈਗੀ ਹੈ। ਲੇਕਿਨ ਹੁਣ ਜਿਹੜੀ ਗੱਲ ਦੱਸੀ ਜਾ ਰਹੀ ਹੈ, ਹੁਣ ਜਿਹੜੀ SIT ਨੇ ਇਹਨਾਂ ਨੂੰ ਜਿਹੜੀ ਗ੍ਰਿਫਤਾਰੀ ਕੀਤੀ ਹੈ, ਉਹ ਜਿਹੜੀ ਗੱਲ ਸਾਹਮਣੇ ਆ ਰਹੀ ਹੈਗੀ ਆ ਬਚਾਅ ਪੱਖ ਦੇ ਵਕੀਲ ਗੁਰਸਾਹਿਬ ਸਿੰਘ ਬਰਾੜ ਦੇ ਮੁਤਾਬਕ, ਤਾਂ ਉਹਨਾਂ ਨੇ ਇਹ ਗੱਲ ਸਾਹਮਣੇ ਰੱਖੀ ਹੈਗੀ ਹੈ ਕਿ ਹੁਣ ਜਿਹੜੀ ਗੱਲ SIT ਕਹਿ ਰਹੀ ਹੈਗੀ ਹੈ ਕਿ ਸੁਹੇਲ ਬਰਾੜ ਦੀ ਗਨ ਸੀਗੀ ਔਰ ਪੰਕਜ ਬਾਂਸਲ ਦੀ ਏਜੰਸੀ ਦੇ ਵਿੱਚ ਸਰਕਾਰੀ ਅਧਿਕਾਰੀ ਦੀ ਜਿਪਸੀ ਲਿਜਾ ਕੇ ਉੱਥੇ ਫਾਇਰਿੰਗ ਉਹਦੇ ਤੇ ਕਰਕੇ ਉਸ ਗਨ ਦੇ ਨਾਲ, ਪ੍ਰਾਈਵੇਟ ਗਨ ਦੇ ਨਾਲ, ਤਾਂ ਇਹ ਸ਼ੋਅ ਕੀਤਾ ਗਿਆ ਕਿ ਜਿਹੜਾ ਉੱਥੇ ਲੋਕ ਮੌਜੂਦ ਸੀਗੇ ਪਹਿਲਾਂ ਉਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਹੈ। ਬਾਅਦ ਦੇ ਉਹਦੇ ਜਵਾਬ ਦੇ ਵਿੱਚੋਂ ਜਿਹੜੀ ਪੁਲਿਸ ਨੇ ਫਾਇਰਿੰਗ ਕੀਤੀ ਹੈ ਤਾਂ ਉਹ 2 ਸਿੱਖ ਨੌਜਵਾਨਾਂ ਦੀ ਮੌਤ ਹੋਈ ਹੈਗੀ ਹੈ। ਤਾਂ ਅੱਜ ਅਦਾਲਤ ਦੇ ਵਿੱਚ ਇਹਨਾਂ ਨੂੰ ਸਿੱਟ ਦੇ ਜਿਹੜੇ ਸਿੱਟ ਵੱਲੋਂ ਪੇਸ਼ ਕੀਤਾ ਜਾਊਗਾ। ਹੁਣ ਅਦਾਲਤ ਇਹਨਾਂ ਦਾ ਕੀ ਅਗਲਾ ਫੈਸਲਾ ਸੁਣਾਉਂਦੀ ਹੈ, ਇਹ ਹਜੇ ਸਾਨੂੰ ਦੇਖਣਾ ਬਾਕੀ ਹੋਊਗਾ। ਜੇਕਰ ਤੁਸੀਂ ਆਸਟ੍ਰੇਲੀਆ ਵਿੱਚ ਟੈਕਸ ਦੀ ਸਹੀ ਜਾਣਕਾਰੀ ਚਾਹੁੰਦੇ ਹੋ ਤਾਂ MSS ਟੈਕਸ ਸਰਵਿਸ ਦੇ ਰਜਿਸਟਰਡ ਟੈਕਸ ਏਜੰਟ ਮਨਪ੍ਰੀਤ ਸਿੰਘ ਜੀ ਕਰ ਸਕਦੇ ਹਨ ਤੁਹਾਡੀ ਮਦਦ। MSS ਟੈਕਸ ਸਰਵਿਸ ਪ੍ਰੋਵਾਈਡ ਕਰਦੇ ਹਨ ਤੁਹਾਨੂੰ ਸਭ ਤੋਂ ਵਧੀਆ ਅਤੇ ਅਫੋਰਡੇਬਲ ਸਰਵਿਸ ਇਨਕਮ ਟੈਕਸ ਪ੍ਰੈਪਰੇਸ਼ਨ। ਸੰਪਰਕ ਕਰੋ MSS ਟੈਕਸ ਸਰਵਿਸ ਦੇ ਆਫਿਸ ਵਿੱਚ। MSS ਟੈਕਸ ਸਰਵਿਸ ਦੇ ਆਫਿਸ ਤੁਹਾਡੀ ਸਹੂਲਤ ਲਈ ਨੋਬਲ ਪਾਰਕ, ਮੋਰਡੀਆਲੋਕ ਅਤੇ ਐਪਿੰਗ ਵਿੱਚ ਸਥਿਤ ਹਨ। ਫੋਨ ਨੰਬਰ 0431457638। ਪੰਜਾਬ ਤੋਂ ਦੂਰ ਪੰਜਾਬੀਅਤ ਦੇ ਨੇੜੇ ਬ੍ਰਦਰਜ਼ ਹਵੇਲੀ। ਪਿਓਰ ਪੰਜਾਬੀ ਖਾਣਾ, ਪਿਓਰ ਪੰਜਾਬੀ ਸਵਾਦ, ਪਿਓਰ ਪੰਜਾਬੀ ਮਾਹੌਲ। ਭਾਵੇਂ ਵੈਜ ਖਾਓ ਭਾਵੇਂ ਨੌਨ ਵੈਜ, ਸਨੈਕਸ ਤੋਂ ਲੈ ਕੇ ਫੁੱਲ ਮੀਲ, ਸਭ ਕੁਝ ਅੱਜ ਹੀ ਪਹੁੰਚੋ ਬ੍ਰਦਰਜ਼ ਹਵੇਲੀ 13 to 15 ਪਲਟਨੀ ਡੈਂਡਨੋਂਗ BIC 3175 ਮੈਲਬਰਨ ਜਾਂ ਕਾਲ ਕਰੋ 6139792277। ਇਹ ਟੋਟਲੀ ਇੱਕ ਪਾਸਾ ਚੇਂਜ ਜਿਹਾ ਲੱਗਦਾ ਪਿਆ ਵੀ ਟੋਟਲੀ ਇਸ ਕੇਸ ਦੇ ਵਿੱਚ ਇੱਕ ਨਵਾਂ ਮੋੜ ਆ ਗਿਆ। ਸੁਹੇਲ ਬਰਾੜ ਹੋਣਾ ਤਾਂ ਪਹਿਲੇ ਵੀ ਨਾਮ ਆਉਂਦਾ ਸੀ। ਬਿਲਕੁਲ, ਜਦੋਂ ਹਰਮੀਤ ਜੀ ਜਦੋਂ ਇਹ ਸਾਰੀ ਕਾਰਵਾਈ ਸ਼ੁਰੂ ਹੋਈ ਹੈਗੀ ਹੈ ਤਾਂ ਉਦੋਂ ਜਦੋਂ ਸਿੱਟ ਬਣੀ ਹੈਗੀ ਆ ਉਦੋਂ ਜਿਹੜੇ ਵੀ ਜਿਸ ਵਿਅਕਤੀ ਦੀ ਵੀ ਇਨਵੋਲਵਮੈਂਟ ਸੀਗੀ ਸਾਹਮਣੇ ਆਉਂਦੀ ਗਈ, ਉਹਨਾਂ ਦੇ ਸਾਰਿਆਂ ਦੇ ਜਿਹੜੇ ਬਿਆਨ ਹੈ SIT ਨੇ ਕਲਮਬੰਦ ਕੀਤੇ ਹੈਗੇ ਆ। ਜੇਕਰ ਗੱਲ ਕਰੀਏ ਪੰਕਜ ਬਾਂਸਲ ਦੀ, ਤਾਂ ਪੰਕਜ ਬਾਂਸਲ ਦੀ ਇਹਨਾਂ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਨਾਲ ਨੇੜਤਾ ਦਿਖਾਈ ਗਈ ਔਰ ਸੀਗੀ ਵੀ। ਔਰ ਜੇਕਰ ਗੱਲ ਕਰੀਏ ਦੂਸਰੇ ਪਾਸੇ ਪੰਕਜ ਦੇ ਨਾਲ ਵੀ, ਪੰਕਜ ਦਾ ਜਿਹੜਾ ਇੱਕ ਨਿੱਜੀ ਸੁਰੱਖਿਆ ਗਾਰਡ ਸੀਗਾ ਉਹਨੂੰ ਵੀ ਇਸ SIT ਨੇ ਆਪਦੀ ਸ਼ਾਮਲ ਤਫਤੀਸ਼ ਕੀਤਾ, ਉਹਨੂੰ ਵੀ ਪੁੱਛਗਿੱਛ ਲਈ ਬੁਲਾਇਆ। ਔਰ ਪੰਕਜ ਦੇ ਨਾਲ ਇੱਕ ਅਸਿਸਟੈਂਟ ਸੀਗਾ ਸੰਜੀਵ ਕੁਮਾਰ, ਉਹਨੂੰ ਵੀ ਇਸ ਸਿੱਟ ਨੇ ਆਪਦੀ ਪੁੱਛਗਿੱਛ ਦੇ ਵਿੱਚ ਬੁਲਾਇਆ ਔਰ ਕਈਆਂ ਨੂੰ ਬੁਲਾ ਕੇ ਇਹਦੇ ਵਿੱਚ ਪੁੱਛਗਿੱਛ ਕੀਤੀ ਹੈਗੀ ਹੈ। ਲੇਕਿਨ ਜਿਹੜਾ ਬਚਾਅ ਪੱਖ ਦੇ ਵਕੀਲ ਹੈ ਗੁਰਸਾਹਿਬ ਸਿੰਘ ਬਰਾੜ, ਉਹਨਾਂ ਨੇ ਵਾਰ-ਵਾਰ ਇਹ ਗੱਲ ਕਹਿ ਰਹੇ ਆ ਕਿ ਅਸੀਂ ਕੋਰਟ ਦੇ ਵਿੱਚ ਇਸ ਗੱਲ ਨੂੰ ਚੈਲੰਜ ਵੀ ਕਰਾਂਗੇ, ਕਿਉਂਕਿ ਪਹਿਲਾਂ ਜਦੋਂ ਇਹਨਾਂ ਦੀ ਇਨਵੋਲਵਮੈਂਟ ਦਿਖਾਈ ਹੈਗੀ ਹੈ ਉਹ ਕੁਝ ਹੋਰ ਤਰੀਕੇ ਨਾਲ ਦਿਖਾਈ ਗਈ ਹੈ। ਲੇਕਿਨ ਹੁਣ ਜਿਹੜੀ ਇਨਵੋਲਵਮੈਂਟ ਦਿਖਾਈ ਜਾ ਰਹੀ ਹੈ, ਚਾਹੇ ਉਹ ਸੁਹੇਲ ਬਰਾੜ ਦੀ ਹੋਵੇ ਚਾਹੇ ਪੰਕਜ ਬਾਂਸਲ ਦੀ ਹੋਵੇ, ਉਹ ਕੁਝ ਹੋਰ ਤਰੀਕੇ ਨਾਲ ਦਿਖਾਈ ਜਾ ਰਹੀ ਹੈ। ਤੋ ਇਸ ਗੱਲ ਨੂੰ ਲੈ ਕੇ ਬੜਾ ਸ਼ਿਸ਼ੋਪਨ ਜਿਹਾ ਹੈਗਾ ਵੀ ਅੱਜ ਜਿਹੜੀ SIT ਹੈਗੀ ਹੈ ਹੁਣ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕਰਕੇ ਕੀ ਪੇਸ਼ਕਾਰੀ ਕਰੂਗੀ, ਵੀ ਇਹਨਾਂ ਦੇ ਨਾਲ ਕੀ ਇਹਨਾਂ ਦਾ ਰੋਲ ਹੈਗਾ, ਇਹ ਹਜੇ ਆਉਣ ਵਾਲਾ ਸਾਨੂੰ ਟਾਈਮ ਦੱਸੂਗਾ। ਤੇ ਇਹਦੇ ਉੱਤੇ ਅਕਾਲੀ ਦਲ ਨੇ ਕੁਝ ਬਿਆਨ ਦਿੱਤਾ ਇਸ ਪੱਖ ਨੂੰ ਲੈ ਕੇ, ਕਿਉਂਕਿ ਅਕਾਲੀ ਦਲ ਤੇ ਰਣਜੀਤ ਸਿੰਘ ਕਮਿਸ਼ਨ ਦੀ ਇਸ ਸੀਟ ਨੂੰ ਤੇ ਮੰਨਦਾ ਵੀ ਨਹੀਂ ਹੈਗਾ। ਦੇਖੋ, ਜੇਕਰ ਅਕਾਲੀ ਦਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਸ਼ਰੇਆਮ ਜਿਹੜਾ ਉਹਨਾਂ ਨੇ ਕਿਹਾ ਹੈਗਾ ਕਿ ਜਿਹੜੀ ਪੰਜਾਬ ਸਰਕਾਰ ਹੈ ਹੁਣ ਕਾਂਗਰਸ ਸਰਕਾਰ ਹੈਗੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ, ਇਹ ਸ਼ਰੇਆਮ ਧੱਕਾ ਕਰ ਰਹੀ ਹੈ, ਨਜਾਇਜ਼ ਗ੍ਰਿਫਤਾਰੀਆਂ ਕਰ ਰਹੀ ਹੈ, ਨਜਾਇਜ਼ ਤੌਰ ਤੇ ਉਹਨਾਂ ਨੂੰ ਫਸਾਇਆ ਜਾ ਰਿਹਾ ਹੈਗਾ ਔਰ ਜਿਹੜੀ ਇਨਵੋਲਵਮੈਂਟ ਹੈਗੀ ਹੈ ਉਹ ਦੱਸੀ ਜਾ ਰਹੀ ਹੈਗੀ ਹੈ ਵੀ ਇਹ ਫਲਾਣੇ ਵਿਅਕਤੀ ਦੀ ਇਨਵੋਲਵਮੈਂਟ ਹੈ, ਫਲਾਣੇ ਵਿਅਕਤੀ ਦੀ ਇਨਵੋਲਵਮੈਂਟ ਹੈ। ਲੇਕਿਨ ਇੰਨਾ ਚਿਰ ਹੋ ਗਿਆ, 3 ਸਾਲ ਹੋ ਗਏ ਸਰਕਾਰ ਬਣੀ ਨੂੰ, 3 ਸਾਲ ਹੋ ਗਏ ਸਿੱਟ ਵੱਲੋਂ ਕੰਮ ਕਰਦਿਆਂ, ਲੇਕਿਨ ਹਜੇ ਤੱਕ ਜਿਹੜੀਆਂ ਗ੍ਰਿਫਤਾਰੀਆਂ ਉਹ ਇਕੱਲੇ ਪੁਲਿਸ ਦੀਆਂ ਅਧਿਕਾਰੀਆਂ ਦੀਆਂ ਹੈਗੀਆਂ ਔਰ ਉਹ ਵੀ ਜਿਹੜੇ ਅਧਿਕਾਰੀ ਉੱਥੇ ਮੌਕੇ ਤੇ ਮੌਜੂਦ ਸੀਗੇ ਉਹਨਾਂ ਦੀਆਂ ਗ੍ਰਿਫਤਾਰੀਆਂ ਹੈਗੀਆਂ। ਚਰਨਜੀਤ ਸ਼ਰਮਾ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਨੂੰ ਪਹਿਲਾਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀਗਾ ਔਰ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦਿਆਂ ਉਹਨਾਂ ਵੱਲੋਂ ਇੱਕ ਜ਼ਮਾਨਤ ਅਰਜ਼ੀ ਲਾਈ ਗਈ ਸੀ ਮਾਣਯੋਗ ਅਦਾਲਤ ਦੇ ਵਿੱਚ, ਉਹਨਾਂ ਨੂੰ ਜ਼ਮਾਨਤ ਤੇ ਹੁਣ ਛੱਡਿਆ ਗਿਆ ਹੈਗਾ। ਔਰ ਜੇਕਰ ਗੱਲ ਕਰੀਏ ਤਾਂ ਬਿਕਰਮਜੀਤ SP ਹੈ, ਉਹਨਾਂ ਨੂੰ ਪਹਿਲਾਂ ਹੀ ਜ਼ਮਾਨਤ ਜਿਹੜੀ ਹੈ ਮਾਣਯੋਗ ਅਦਾਲਤ ਨੇ ਦਿੱਤੀ ਹੋਈ ਹੈਗੀ ਹੈ ਔਰ ਪਰਮਰਾਜ ਸਿੰਘ ਉਮਰਾਨੰਗਲ ਉਹਨਾਂ ਨੂੰ ਵੀ ਜ਼ਮਾਨਤ ਜਿਹੜੀ ਮਿਲੀ ਹੋਈ ਹੈਗੀ ਹੈ
ਔਰ ਇਹਦੇ ਵਿੱਚ ਹੁਣ ਤੱਕ ਕੋਈ ਗ੍ਰਿਫਤਾਰੀ ਨਹੀਂ ਹੈਗੀ। ਸਿਰਫ ਜੇ ਗ੍ਰਿਫਤਾਰੀ ਹੈਗੀ ਹੈ ਤਾਂ ਹੁਣ ਜਿਹੜੀ ਹਾਲ ਹੀ ਦੇ ਵਿੱਚ ਸੁਹੇਲ ਬਰਾੜ ਹੈ ਉਹਦੀ ਗ੍ਰਿਫਤਾਰੀ ਹੈ ਔਰ ਪੰਕਜ ਬਾਂਸਲ ਦੀ ਗ੍ਰਿਫਤਾਰੀ ਹੈ। ਸਿਆਸੀ ਤੌਰ ਦੇ ਉੱਤੇ ਤੁਸੀਂ ਗੱਲ ਕੀਤੀ ਹੈਗੀ ਹੈ, ਸਿਆਸੀ ਤੌਰ ਦੇ ਉੱਤੇ ਇਹ ਜਿਹੜੀਆਂ ਦੋਨੇ ਪਾਰਟੀਆਂ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰ ਰਹੀਆਂ ਹੈਗੀਆਂ ਕਿ ਇਹ ਜਿਹੜੀ ਬੇਅਦਬੀ ਦਾ ਮਾਮਲਾ ਹੈਗਾ ਇਹਨਾਂ ਨੇ ਉਠਾਇਆ ਹੈਗਾ, ਉਹ ਦੂਸਰੇ ਕਹਿ ਰਹੇ ਆ ਵੀ ਇਹ ਜਿਹੜੀ ਬੇਅਦਬੀ ਦਾ ਮਾਮਲਾ ਹੈਗਾ ਇਹ ਦੂਸਰੀ ਪਾਰਟੀ ਉਠਾ ਰਹੀ ਹੈਗੀ ਹੈ, ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰਨ ਲੱਗੀਆਂ ਹੋਈਆਂ। ਕੁੱਲ ਮਿਲਾ ਕੇ ਜੇ ਅਸੀਂ ਵੇਖੀਏ, ਕਿਉਂਕਿ ਅਸੀਂ ਬਾਹਰ ਬੈਠੇ ਹੋਏ ਹਾਂ, ਜੋ ਇੱਥੋਂ ਨਜ਼ਰ ਆਉਂਦਾ ਉਹ ਸਾਨੂੰ ਤੇ ਇੱਥੋਂ ਇਦਾਂ ਲੱਗਦਾ ਕਿ ਹੁਣ ਆਉਣ ਵਾਲੇ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਹੈਗੀਆਂ ਉਹ ਇਸ ਮੁੱਦੇ ਤੋਂ ਬਣਿਆ ਕਰਨਗੀਆਂ। ਜਦੋਂ ਨੂੰ ਇਹਦਾ ਟਾਈਮ ਰਹਿ ਜਾਏਗਾ 6 ਮਹੀਨੇ ਸਾਲ, ਉਦੋਂ ਨੂੰ ਇਹਦੇ ਉੱਤੇ ਕਾਰਵਾਈਆਂ ਪਾ ਦਿੱਤੀਆਂ ਜਾਣਗੀਆਂ, ਉਦੋਂ ਨੂੰ ਕੁਝ ਮੁਲਜ਼ਮ ਸਾਹਮਣੇ ਕਰ ਦਿੱਤੇ ਜਾਣਗੇ, ਬਾਅਦ ਚੋਂ ਫੇਰ ਇਹਨੂੰ ਲਟਕਾਤਾ। ਇਹਦਾ ਕੇਸ ਬਿਲਕੁਲ ਇਹਨੂੰ ਬਣਾ ਰਹੇ ਨੇ ਜਿਹੜਾ ਆਪਣਾ ਦਿੱਲੀ ਕਾਂਡ ਹੋਇਆ ਸੀ, 35 ਸਾਲ ਉਹਨੂੰ ਖਿੱਚੇ ਨੇ ਤੇ ਇਹਨੂੰ ਵੀ ਲੱਗਦਾ ਕਿ ਏਦਾਂ ਹੀ ਲੰਬਾ ਖਿੱਚਣਗੇ। ਬਟ ਐਨੀਵੇ ਕਿ ਸਾਡੇ ਇੱਥੇ ਜਿਹੜੇ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਸਕੌਟ ਮੋਰਿਸਨ ਨੇ ਉਹਨਾਂ ਨੇ ਇੱਕ ਬਿਆਨ ਦਿੱਤਾ ਥੋੜੇ ਦਿਨ ਪਹਿਲੇ ਕਿ ਆਉਣ ਵਾਲੀ ਜੁਲਾਈ ਦੇ ਵਿੱਚ ਉਹ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਇੱਥੋਂ ਕੋਵਿਡ ਟਾਈਮ ਦੇ ਦੌਰਾਨ ਜਾਂ ਉਹਦੇ ਤੋਂ ਪਹਿਲੇ ਆਪੋ ਆਪਣੇ ਮੁਲਕਾਂ 'ਚ ਗਏ ਸੀ ਤੇ ਉੱਥੇ ਜਾ ਕੇ ਫਸ ਗਏ ਕੋਵਿਡ ਕਰਕੇ, ਬਾਅਦ 'ਚ ਉਹ ਆ ਨਹੀਂ ਪਾਏ ਫਲਾਈਟਾਂ ਬੰਦ ਹੋਣ ਕਾਰਨ, ਹੁਣ ਉਹ ਖੋਲਣ ਜਾ ਰਹੇ ਨੇ ਆਪਣੇ ਦਰਵਾਜ਼ੇ ਆਸਟ੍ਰੇਲੀਆ ਦੇ ਕਿ ਉਹ ਸਟੂਡੈਂਟ ਸਾਰੇ ਵਾਪਸ ਆ ਸਕਦੇ ਨੇ। ਮਗਰ ਇੰਡੀਆ ਨੂੰ ਲੈ ਕੇ ਹਜੇ ਵੀ ਇੱਕ ਚਿੰਤਾ ਹੈ ਕਿਉਂਕਿ ਇੱਥੇ ਇੱਕ ਹੋਰ ਬਿਆਨ ਵੀ ਆਇਆ ਹੈ ਵੀ ਇੰਡੀਆ ਦੇ ਨਾਲ ਜਿਹੜੀਆਂ ਉਹਨਾਂ ਦਾ ਫਲਾਈਟ ਸਿਸਟਮ ਹੈਗਾ ਉਹ ਥੋੜੇ ਚਿਰ ਲਈ ਰੋਕ ਲਿਆ ਜਾਏਗਾ ਕਿਉਂਕਿ ਇੰਡੀਆ ਦੇ ਵਿੱਚ ਤਕਰੀਬਨ ਹੁਣ 12,000 ਦੇ ਕਰੀਬ ਹਰ ਰੋਜ਼ ਕੋਵਿਡ ਦਾ ਪੇਸ਼ੈਂਟ ਜਿਹੜਾ ਆ ਰਿਹਾ। ਤੇ ਅੱਜ ਦੀ ਪੋਜੀਸ਼ਨ ਕੀ ਹੈਗੀ ਹੈ ਤੁਹਾਡੇ ਉੱਥੋਂ ਦੇ ਹਾਲਾਤ? ਬਿਲਕੁਲ, ਮੈਂ ਕੋਵਿਡ ਦਾ ਦੱਸਣਾ ਚਾਹੂੰਗਾ ਕਿ ਜਿਹੜੀ ਇਸ ਮਹਾਮਾਰੀ ਨੇ ਪੂਰੇ ਵਰਲਡ ਨੂੰ ਆਪਣੀ ਲਪੇਟ ਦੇ ਵਿੱਚ ਲੈ ਰੱਖਿਆ ਹੈਗਾ। ਇਹਦੇ ਬਾਰੇ ਮੈਂ ਪਹਿਲਾਂ ਇੰਡੀਆ ਦੇ ਜਿਹੜੇ ਅੰਕੜੇ ਕਲੀਅਰ ਕਰਨ ਲੱਗੇ ਆ। ਪਿਛਲੇ 24 ਘੰਟਿਆਂ ਦੇ 4,10,461 ਜਿਹੜੇ ਮਾਮਲੇ ਆ ਸਾਡੇ ਕੋਲੇ ਪੂਰੇ ਭਾਰਤ ਦੇ ਵਿੱਚ ਐਕਟਿਵ ਪੋਜ਼ਿਟਿਵ ਪਾਏ ਗਏ ਹੈਗੇ ਆ ਜਿਹੜੇ, ਔਰ 1,69,451 ਇਹ ਐਕਟਿਵ ਹੈਗੇ ਆ ਜਿਹੜੇ ਸਾਡੇ ਕੋਲ ਮਾਮਲੇ ਹੈਗੇ ਆ। ਔਰ ਪੂਰੇ ਭਾਰਤ ਦੇ ਵਿੱਚ ਜੇਕਰ ਗੱਲ ਕਰੀਏ ਤਾਂ 13,254 ਜਿਹੜੀਆਂ ਮੌਤਾਂ ਹੈਗੀਆਂ ਜਿਹੜੀਆਂ ਉਹ ਹੋ ਚੁੱਕੀਆਂ ਹੈਗੀਆਂ। ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਸਾਡੇ ਕੋਲੇ 3970 ਮਾਮਲੇ ਆ ਜਿਹੜੇ ਉਹ ਜਿਹੜੇ ਪੋਜ਼ਿਟਿਵ ਜਿਹੜੇ ਹੈਗੇ ਆ ਹੁਣ ਤੱਕ ਆ ਚੁੱਕੇ ਹੈਗੇ ਆ। ਹੁਣ ਦੇ ਟਾਈਮ ਤੱਕ 1200 ਦੇ ਕਰੀਬ ਜਿਹੜੇ ਐਕਟਿਵ ਮਾਮਲੇ ਸਾਡੇ ਕੋਲ ਪਏ ਹੈਗੇ ਆ ਔਰ 98 ਮੌਤਾਂ ਪੰਜਾਬ ਦੇ ਵਿੱਚ ਹੋ ਚੁੱਕੀਆਂ ਹੈਗੀਆਂ। ਔਰ ਇਸ ਗੱਲ ਦੀ ਨਹੀਂ ਸਮਝ ਆ ਰਹੀ ਕਿ ਇੰਡੀਆ ਦੀ ਜਿਹੜੀ ਦਰ ਹੈਗੀ ਆ ਚਾਹੇ ਵੱਧ ਰਹੀ ਹੈਗੀ ਆ ਲੇਕਿਨ ਸਰਕਾਰਾਂ ਕਿਉਂ ਚੁੱਪ ਬੈਠੀਆਂ ਨੇ? ਕਿਉਂਕਿ ਪਹਿਲਾਂ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕਡਾਊਨ ਲਾ ਦਿੱਤਾ ਗਿਆ, ਸਖਤੀ ਨਾਲ ਕਰਫਿਊ ਵੀ ਪੰਜਾਬ ਦੇ CM ਨੂੰ ਜਾਂ ਹੋਰ ਸਟੇਟਾਂ ਦੇ CMਾਂ ਨੂੰ ਆਰਡਰ ਕੀਤੇ ਗਏ ਵੀ ਤੁਸੀਂ ਆਪਦੇ ਤਰੀਕੇ ਨਾਲ ਆਪਦੇ ਸੂਬੇ ਨੂੰ ਬਚਾਓ। ਕਰਫਿਊ ਵੀ ਲਗਾਇਆ ਗਿਆ। ਉਦੋਂ ਹਜੇ ਕੁਛ ਇੱਕਾ ਦੁੱਕਾ ਜਾਂ ਥੋੜ੍ਹੇ ਜਿਹੇ ਬਹੁਤੇ ਕੇਸ ਸੀਗੇ, ਲੇਕਿਨ ਹੁਣ ਜਿਹੜੀ ਕੇਸਾਂ ਦੀ ਤਾਦਾਦ ਹੈਗੀ ਹੈ ਇੰਨੀ ਜ਼ਿਆਦਾ ਵੱਧ ਰਹੀ ਹੈਗੀ ਹੈ, ਇਹ ਬਿਮਾਰੀ ਇੰਨੇ ਪੈਰ ਪਸਾਰ ਚੁੱਕੀ ਹੈ। ਲੇਕਿਨ ਹੁਣ ਬਿਲਕੁਲ ਵੀ ਫ੍ਰੀ ਦਿੱਤਾ ਹੋਇਆ, ਸਿਰਫ ਇੱਕ ਵੀਕਐਂਡ ਦੇ ਉੱਤੇ ਤੁਸੀਂ ਸੈਚਰਡੇ ਨੂੰ ਸ਼ਾਮ ਨੂੰ 5 ਵਜੇ ਆਪਦੀਆਂ ਦੁਕਾਨਾਂ ਬੰਦ ਕਰ ਦਿਓ ਔਰ ਸੋਮਵਾਰ ਨੂੰ ਜਾ ਕੇ ਖੋਲ੍ਹੋ, ਐਤਵਾਰ ਨੂੰ ਘਰਾਂ ਦੇ ਵਿੱਚ ਰਹੋ। ਲੇਕਿਨ ਅੱਜ ਵੀ ਐਤਵਾਰ ਦੀ ਜੇਕਰ ਗੱਲ ਕਰੀਏ ਤਾਂ ਲੋਕ ਬਿਲਕੁਲ ਅਵੇਅਰ ਨਹੀਂ ਹੈਗੇ। ਲੋਕ ਉਸੇ ਤਰੀਕੇ ਨਾਲ ਹੀ ਸੜਕਾਂ ਤੇ ਤੁਰੇ ਫਿਰਦੇ ਆ। ਔਰ ਜੇਕਰ ਮਹੱਲਿਆਂ ਦੀ ਗੱਲ ਕਰੀਏ, ਮਹੱਲਿਆਂ ਦੇ ਵਿੱਚ ਤਾਂ ਆਮ ਹੀ ਤਰੀਕੇ ਨਾਲ ਜਿਵੇਂ ਦੁਕਾਨਾਂ ਅੱਗੇ ਖੁੱਲ੍ਹਦੀਆਂ ਉਸੇ ਤਰੀਕੇ ਨਾਲ ਦੁਕਾਨਾਂ ਹੁਣ ਵੀ ਖੁੱਲ੍ਹੀਆਂ ਦੇਖਣ ਨੂੰ ਮਿਲ ਸਕਦੀਆਂ। ਅੱਛਾ, ਤੁਸੀਂ ਲੋਕ ਜਾਂਦੇ ਰਹਿੰਦੇ ਜੇ, ਤੁਸੀਂ ਡਾਕਟਰ ਜਾਂ ਹੋਰਾਂ ਨੂੰ ਵੀ ਮਿਲਦੇ ਜੇ, ਇੱਕ ਚੀਜ਼ ਮੈਂ ਪੁੱਛਣਾ ਚਾਹਾਂਗਾ ਕਿ ਇਹਦੇ ਪਿੱਛੇ ਰਾਜਨੀਤੀ ਹੈਗੀ? ਕਿਉਂਕਿ WHO ਹਜੇ ਤੱਕ ਨਹੀਂ ਉਹ ਮੰਨਦਾ ਕਿ ਇੰਡੀਆ ਦੇ ਵਿੱਚ ਕਮਿਊਨਿਟੀ ਸਪਰੈਡ ਹੈਗਾ। ਕੀ ਇਹਦੇ ਪਿੱਛੇ ਕੋਈ ਰਾਜਨੀਤੀ ਹੈ? ਦੇਖੋ, ਬੜੀਆਂ ਗੱਲਾਂ ਹੈਗੀਆਂ ਲੋਕਾਂ ਦੇ ਵਿੱਚ, ਕਿਉਂਕਿ ਲੋਕ ਚਲੋ ਮੰਨਦੇ ਆ ਪੰਜਾਬ ਦੇ ਲੋਕ ਬੜੇ ਸਟਰੋਂਗ ਹੈਗੇ ਆ, ਇੰਡੀਆ ਦੇ ਲੋਕ ਬੜੇ ਸਟਰੋਂਗ ਹੈ ਕਿਉਂਕਿ ਇਹਨਾਂ ਦੀ ਇਮਿਊਨਿਟੀ ਸਿਸਟਮ ਬੜਾ ਸਟਰੋਂਗ ਹੈ, ਕਿਉਂਕਿ ਰੇਹਾਂ ਸਪਰੇਆਂ ਪਹਿਲਾਂ ਹੀ ਖਾਣ ਦੇ ਆਦੀ ਹੈਗੇ ਆ। ਇਹਨਾਂ ਦਾ ਜਿਹੜਾ ਇਮਿਊਨਿਟੀ ਸਿਸਟਮ ਪਹਿਲਾਂ ਹੀ ਬਹੁਤ ਜ਼ਿਆਦਾ ਸਟਰੋਂਗ ਹੈ। ਲੇਕਿਨ ਇਸ ਗੱਲ ਦੇ ਪਿੱਛੇ ਲੋਕਾਂ ਦੇ ਵਿੱਚ ਵੀ ਜਿਹੜੀ ਗੱਲ ਕੀਤੀ ਜਾ ਰਹੀ ਹੈਗੀ ਹੈ ਕਿ ਰਾਜਨੀਤੀ ਦੀ ਜੇਕਰ ਗੱਲ ਕਰੀਏ ਤਾਂ ਜਿਹੜੇ ਭਾਰਤ ਸਰਕਾਰ ਵੱਲੋਂ ਸਟੇਟਾਂ ਨੂੰ ਪੈਸੇ ਆ ਰਹੇ ਆ, ਇੰਨੇ ਪੈਸੇ ਆਏ ਆ, ਰਾਸ਼ਨ ਵਾਸਤੇ ਪੈਸੇ ਆਏ ਆ, ਉਹ ਜਾਂ ਜਿਹੜੀਆਂ ਮੈਡੀਸਨ ਵਾਸਤੇ ਪੈਸੇ ਆਏ ਆ। ਜੇਕਰ ਮੈਂ ਫਰੀਦਕੋਟ ਦੀ ਗੱਲ ਕਰਨ ਲੱਗਿਆ, ਮੈਡੀਕਲ ਕਾਲਜ ਦੇ ਵਿੱਚ ਜੇਕਰ ਮਰੀਜ਼ ਇਲਾਜ ਕਰਵਾ ਰਿਹਾ ਤਾਂ ਉਹਨੂੰ ਉੱਥੇ ਕੀ ਇਲਾਜ ਦਿੱਤਾ ਜਾ ਰਿਹਾ? ਕੁਛ ਇਲਾਜ ਨਹੀਂ ਦਿੱਤਾ ਜਾ ਰਿਹਾ। ਉਹਨੂੰ ਸਿਰਫ ਕੁਆਰੰਟਾਈਨ ਕੀਤਾ ਗਿਆ, ਇੱਕ ਰੂਮ ਦਿੱਤਾ ਗਿਆ, ਇੱਕ ਬੈੱਡ ਦਿੱਤਾ ਗਿਆ, ਨਹਾਉਣ ਵਾਸਤੇ ਪਾਣੀ ਦਿੱਤਾ ਜਾ ਰਿਹਾ, ਖਾਣ ਵਾਸਤੇ ਖਾਣਾ ਦਿੱਤਾ ਜਾ ਰਿਹਾ। ਜੇਕਰ ਉਹਦਾ ਸਿਰ ਦੁਖਦਾ ਇੱਕ ਟੈਬਲੇਟ ਦੇ ਦਿੱਤੀ ਜਾਂਦੀ ਹੈ। ਕੋਈ ਟ੍ਰੀਟਮੈਂਟ ਨਹੀਂ ਦਿੱਤਾ ਜਾ ਰਿਹਾ। ਲੇਕਿਨ ਪੈਸੇ ਇੰਨੇ ਆਏ ਆ, ਹੈਲਥ ਡਿਪਾਰਟਮੈਂਟ ਨੂੰ ਪੈਸੇ ਇੰਨੇ ਆਏ ਆ, ਉਹ ਕਿੰਨੇ ਪੈਸੇ ਗਾਂਹ ਲੱਗ ਰਹੇ ਆ ਇਹ ਸਾਨੂੰ ਸਾਰਿਆਂ ਨੂੰ ਦਿਸ ਰਿਹਾ ਹੈਗਾ, ਇਹ ਪਬਲਿਕ ਨੂੰ ਵੀ ਦਿਸ ਰਿਹਾ ਹੈਗਾ। ਪਬਲਿਕ ਦੇ ਵਿੱਚ ਇਸ ਗੱਲ ਦਾ ਬੜਾ ਹੈਗਾ ਵੀ ਜਿਹੜਾ ਕਰੋਨਾ ਹੈਗਾ ਉਹ ਤਾਂ ਹੈ ਹੀ ਨਹੀਂ ਹੈ,
ਉਹ ਤਾਂ ਇੱਕ ਕਿਸੇ ਮੁਹੱਲੇ ਚੋਂ ਚੱਕ ਕੇ ਇੱਕ ਵਿਅਕਤੀ ਨੂੰ ਜਿਹੜੇ ਵਿਅਕਤੀ ਨੂੰ ਮੈਂ ਪਿੱਛੇ ਜਿਹੇ ਇੱਕ ਸਾਡੇ ਜਿਹੜਾ ਫਰੀਦਕੋਟ ਕੇਸ ਆਏ ਸੀਗੇ, ਐਕਟਿਵ ਕੇਸ ਆਏ ਸੀਗੇ, ਤਾਂ ਉੱਥੋਂ ਦੇ ਬੜੇ ਲੋਕਾਂ ਨੇ ਮੈਨੂੰ ਫੋਨ ਕੀਤੇ ਔਰ ਉਹ ਕਹਿ ਰਹੇ ਸੀਗੇ, ਕਹਿੰਦੇ ਕਿ ਜਿਹੜੇ ਇਹ ਵਿਅਕਤੀ ਹੈਗੇ ਇਹ ਤਾਂ ਯਾਰ ਘਰੋਂ ਕਿਤੋਂ ਬਾਹਰ ਹੀ ਨਹੀਂ ਗਏਗੇ, ਇਹਨਾਂ ਨੂੰ ਐਕਟਿਵ ਕਿੱਥੋਂ ਹੋ ਗਿਆ। ਔਰ ਜਿਹੜਾ ਬੰਦਾ ਬਾਹਰੋਂ ਆਇਆ, ਗੁੜਗਾਉਂ ਤੋਂ ਆਇਆ, ਉਹਨੂੰ ਤੁਸੀਂ ਨੈਗੇਟਿਵ ਕਹਿ ਰਹੇ ਹੋ, ਜਿਹੜਾ ਬੰਦਾ ਘਰੋਂ ਨਹੀਂ ਨਿਕਲਿਆ ਉਹਨੂੰ ਤੁਸੀਂ ਪੋਜ਼ਿਟਿਵ ਕਹਿ ਰਹੇ ਹੋ। ਤਾਂ ਬੜਾ ਇੱਕ ਇਹ ਸ਼ਸ਼ੋਫਨ ਵਾਲੀ ਗੱਲ ਹੈਗੀ ਹੈ। ਬਿਲਕੁਲ ਤੁਹਾਡੀ ਗੱਲ ਹੈਗੀ। ਰਾਜਨੀਤੀ ਵਾਲੀ ਜੇਕਰ ਗੱਲ ਕਰੀਏ ਤਾਂ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਹਊਆ ਜ਼ਰੂਰ ਹੈਗਾ ਕਿ ਜਿਹੜੀ ਦੀ ਕੋਵਿਡ-19 ਹੈ, ਜਿਹੜਾ ਕਰੋਨਾ ਹੈਗਾ, ਇਹਦੇ ਨਾਂ ਦੀ ਬਿਮਾਰੀ ਬਿਲਕੁਲ ਹੈ ਨਹੀਂ ਗੀ। ਇਹ ਸਿਰਫ ਇੱਕ ਮਨੋ ਪਲਾਨ ਕੀਤਾ ਹੋਇਆ ਕੁਛ ਹੈਗਾ। ਲੇਕਿਨ ਜੇਕਰ ਵਰਲਡ ਦੀ ਗੱਲ ਕਰੀਏ ਤਾਂ ਕਿੰਨੀਆਂ ਮੌਤਾਂ ਹੋਈਆਂ। ਇਹ ਤਾਂ ਉਹ ਜਿਹੜੇ ਵਰਲਡ ਦੇ ਵਿੱਚ ਜਿੱਥੇ ਜਿੱਥੇ ਫੈਲਿਆ ਹੈਗਾ, ਜਿੱਥੇ ਜਿੱਥੇ ਇਹਨੇ ਇਫੈਕਟ ਕੀਤਾ ਹੈਗਾ, ਉਹਨਾਂ ਨੂੰ ਪਤਾ ਵੀ ਇਹ ਬਿਮਾਰੀ ਹੈ ਕਿ ਨਹੀਂ ਹੈ। ਲੇਕਿਨ ਜੇ ਇੰਡੀਆ ਦੀ ਤਾਂ ਪੰਜਾਬ ਦੀ ਗੱਲ ਕਰੀਏ ਤਾਂ ਲੋਕਾਂ ਦੇ ਵਿੱਚ ਬਿਲਕੁਲ ਅਵੇਅਰਨੈਸ ਨਹੀਂ ਹੈ। ਉਸੇ ਤਰੀਕੇ ਲੋਕ ਤੁਰੇ ਫਿਰਦੇ ਆ ਜਿਸੇ ਤਰੀਕੇ ਪਹਿਲਾਂ ਤੁਰੇ ਫਿਰਦੇ ਸੀ। ਥੋੜ੍ਹੀ ਬਹੁਤੀ ਅਵੇਅਰਨੈਸ ਇੰਨੀ ਕੁ ਹੈਗੀ ਆ, ਉਹ ਵੀ ਸਰਕਾਰਾਂ ਦੇ ਡਰ ਤੋਂ ਕਿ 500 ਰੁਪਇਆ ਸਾਨੂੰ, ਜੇ ਅਸੀਂ ਦਿਹਾੜੀ ਦਾ 500 ਰੁਪਇਆ ਕਮਾਉਂਦੇ ਆ ਤਾਂ ਉਹ ਸਾਨੂੰ 500 ਰੁਪਇਆ ਕਿਤੇ ਮਾਸਕ ਦਾ ਨਾ ਦੇਣਾ ਪੈ ਜੇ। ਉਸੇ ਕਰਕੇ ਸਿਰਫ ਮਾਸਕ ਜਾਂ ਪਰਨੇ ਨੂੰ ਯੂਜ਼ ਕਰ ਰਹੇ ਹੈਗੇ ਆ, ਆਪਦੇ ਉਹਨੂੰ ਮੂੰਹ ਨੂੰ ਕਵਰ ਕਰ ਲੈਂਦੇ ਹੈਗੇ ਆ। ਨਹੀਂ, ਅਦਰਵਾਈਜ਼ ਕੋਈ ਜ਼ਿਆਦਾ ਅਵੇਅਰਨੈਸ ਹੈ ਨਹੀਂ ਗੀ। ਪਬਲਿਕ ਉਸੇ ਤਰੀਕੇ ਫਿਰ ਰਹੀ ਹੈ ਜਿਸੇ ਤਰੀਕੇ ਪਹਿਲਾਂ ਇਹ ਫਿਰਦੀ। ਅੱਛਾ, ਇੱਕ ਥੋੜ੍ਹੀ ਜਿਹੀ ਗਰਾਊਂਡ ਰਿਐਲਿਟੀ ਹੋਰ ਜਾਣਨਾ ਚਾਹਾਂਗਾ ਕਿ ਬਹੁਤ ਜ਼ਿਆਦਾ ਅਖਬਾਰਾਂ ਜਾਂ ਮੀਡੀਆ 'ਚ ਆ ਰਿਹਾ ਕਿ ਜਿਹੜੇ ਇਹ ਪੈਸੇ ਫੰਡ ਇੱਧਰ ਦਿੱਤੇ ਗਏ ਸੀ ਕਿ ਮਾਸਕ ਵਾਸਤੇ ਜਾਂ ਹੋਰ ਸੈਨੇਟਾਈਜ਼ਰ ਵਾਸਤੇ, ਤੇ ਇਹਦੇ ਵਿੱਚ ਵੀ ਕਹਿ ਰਹੇ ਵੀ ਸਰਕਾਰਾਂ ਦਾ ਘਪਲਾ ਆ ਰਿਹਾ ਇਹਦੀ ਖਰੀਦਾ ਫਰੋਖਤ ਦੇ ਵਿੱਚ। ਇਹਦੇ 'ਚ ਕੋਈ ਗਰਾਊਂਡ ਰਿਐਲਿਟੀ ਹੈਗੀ ਹੈ ਕਿ ਜਾਂ ਇਹ ਵੀ ਇੱਕ ਰਾਜਨੀਤੀ ਦਾ ਹੀ ਹਿੱਸਾ ਹੈਗਾ? ਦੇਖੋ, ਮੈਂ ਹਰਮੀਤ ਜੀ ਗੱਲ ਕਲੀਅਰ ਕਰਨੀ ਚਾਹੂੰਗਾ ਕਿ ਜਦੋਂ ਦਾ ਕੋਵਿਡ ਚੱਲਿਆ ਹੈਗਾ ਮੈਂ ਇਹਦੇ ਵਿੱਚ ਕੰਮ ਕੀਤਾ ਹੈਗਾ। ਮੈਂ ਬਿਲਕੁਲ ਵੀ ਇੱਕ ਮਿੰਟ ਨਹੀਂ ਘਰੇ ਟਿਕਿਆ। ਮੈਂ 24 ਆਵਰ ਵੀ ਡਿਊਟੀ ਦਿੱਤੀ ਹੈਗੀ ਆ। ਚਾਹੇ ਮੈਨੂੰ ਘਰੇ ਮੇਰੀ ਐਂਟਰੀ ਨਹੀਂ ਸੀ ਘਰੇ, ਮੈਂ ਘਰੇ ਆਪਣੇ ਆਫਿਸ ਦੇ ਵਿੱਚ ਹੀ ਰਾਤਾਂ ਕੱਟੀਆਂ ਹੈਗੀਆਂ ਕੋਵਿਡ ਦੇ ਵਿੱਚ ਚੱਲਦਿਆਂ। ਲੇਕਿਨ ਮੈਂ ਇੱਥੇ ਇੱਕ ਗੱਲ ਜ਼ਰੂਰ ਕਰਨੀ ਚਾਹੂੰਗਾ, ਕਲੀਅਰ ਕਰਨੀ ਚਾਹੂੰਗਾ ਕਿ ਹੈਲਥ ਡਿਪਾਰਟਮੈਂਟ ਵੱਲੋਂ ਜਿੰਨੀ ਚੀਜ਼ ਬਣਦੀ ਸੀ ਓਨੀ ਚੀਜ਼ ਪ੍ਰੋਵਾਈਡ ਨਹੀਂ ਕਰਵਾਈ ਗਈ। ਇਹ ਗੱਲ ਬਿਲਕੁਲ ਕਲੀਅਰ ਹੈਗੀ ਹੈ। ਔਰ ਸੈਕਿੰਡ ਗੱਲ ਇਹ ਹੈਗੀ ਹੈ ਕਿ ਜੇਕਰ ਸਾਨੂੰ ਭਾਰਤ ਵਿਕਾਸ ਪਰਿਸ਼ਦ ਹੈ, ਨੈਸ਼ਨਲ ਕਲੱਬ ਹੈ, ਸਾਨੂੰ ਕਲੱਬਾਂ ਜਿਹੜੀਆਂ ਸਾਡੇ ਸੋਸ਼ਲ ਮੀਡੀਆ ਜਿਹੜੇ ਹੈਗੇ ਆ ਕਲੱਬ ਹੈਗੇ ਆ, ਜੇ ਸਾਨੂੰ ਉਹੀ PE ਕਿੱਟਾਂ ਦੇ ਰਹੇ ਆ, ਉਹੀ ਮਾਸਕ ਦੇ ਰਹੇ ਆ, ਉਹੀ ਸੈਨੀਟਾਈਜ਼ਰ ਦੇ ਰਹੇ ਆ, ਹੈਲਥ ਡਿਪਾਰਟਮੈਂਟ ਦੇ ਵਿੱਚ ਜਾ ਕੇ ਸਿਵਲ ਹਸਪੀਟਲਾਂ ਦੇ ਡਾਕਟਰਾਂ ਨੂੰ ਦੇ ਰਹੇ ਆ ਵੀ ਸਾਨੂੰ ਜੀ ਇਸ ਸੰਸਥਾ ਨੇ ਆਹ ਦਿੱਤਾ, ਫੋਟੋ ਖਿੱਚ ਕੇ ਲੱਗ ਰਹੀ ਹੈ, ਮੀਡੀਆ 'ਚ ਆ ਰਹੀ ਹੈ। ਜੇਕਰ ਇਹ ਦੇ ਰਹੇ ਆ ਤਾਂ ਫਿਰ ਸਰਕਾਰਾਂ ਨੇ ਕੀ ਦਿੱਤਾ? ਸਰਕਾਰਾਂ ਨੇ ਕਿੰਨਾ ਕੁ ਸਾਨੂੰ ਮਾਸਕ ਵੰਡੇ ਹੈਗੇ ਆ? ਸਰਕਾਰਾਂ ਨੇ ਕਿੰਨਾ ਕੁ ਸਾਨੂੰ ਸੈਨੀਟਾਈਜ਼ਰ ਦਿੱਤਾ ਹੈਗਾ? ਸਰਕਾਰਾਂ ਨੇ ਕਿੰਨਾ ਕੁ ਸਾਨੂੰ ਕੋਈ ਮੈਡੀਸਨ ਪ੍ਰੋਵਾਈਡ ਕਰਵਾਤੀ ਹੈਗੀ ਹੈ? ਸਾਡੇ ਫਰੀਦਕੋਟ ਦੇ ਵਿੱਚ ਜਿਹੜਾ ਪਹਿਲਾ ਕੇਸ ਆਇਆ ਸੀਗਾ, ਆਨੰਦ ਗੋਇਲ ਨਾਂ ਦਾ ਇੱਕ ਵਿਅਕਤੀ ਸੀਗਾ, ਔਰ ਉਹ ਜਿਹੜਾ ਜਦੋਂ ਕੇਸ ਪਹਿਲਾ ਐਕਟਿਵ ਕੇਸ ਆਇਆ ਸੀਗਾ, ਉਹਦੀ ਮੈਂ ਗੱਲ ਕਰਨੀ ਚਾਹੂੰਗਾ ਕਿ ਉਹ ਬੰਦਾ 2 ਦਿਨ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਵੀ ਔਰ ਸਰਕਾਰੀ ਹਸਪੀਟਲਾਂ ਦੇ ਵਿੱਚ ਵੀ 2 ਦਿਨ ਧੱਕੇ ਖਾਂਦਾ ਰਿਹਾ ਉਹ ਵਿਅਕਤੀ। ਔਰ ਉਹਦੀ ਕਿਸੇ ਨੇ ਬਾਂਹ ਨਹੀਂ ਫੜੀ। ਉਹਨੂੰ ਸਿਰਫ ਇਹ ਕਹਿ ਦਿੰਦੇ ਸੀਗੇ ਔਰ ਸਿਵਲ ਹਸਪੀਟਲ ਜਾਂ ਸਰਕਾਰੀ ਮਹਿਕਮੇ ਵਾਲੇ ਕਿ ਤੁਸੀਂ ਆਪਣੇ ਘਰੇ ਜਾਓ, ਤੁਹਾਨੂੰ ਘਰੋਂ ਗੱਡੀ ਲੈਣ ਆਊਗੀ। ਬਜਾਏ ਇਸ ਦੇ ਕਿ ਹਸਪੀਟਲ ਦੇ ਵਿੱਚ ਗਿਆ, ਉਹ ਕਹਿ ਰਿਹਾ ਵੀ ਮੇਰਾ ਟੈਸਟ ਕਰੋ, ਮੈਨੂੰ ਪ੍ਰੋਬਲਮ ਹੈਗੀ ਆ, ਮੈਨੂੰ ਸਿੰਪਟਮ ਲੱਗਦੇ ਆ। ਲੇਕਿਨ ਉਹਨੂੰ ਕਿਹਾ ਜਾ ਰਿਹਾ ਵੀ ਤੂੰ ਘਰੇ ਚੱਲ, ਅਸੀਂ ਕਿੱਟਾਂ ਪਾ ਕੇ ਆਵਾਂਗੇ, ਤੈਨੂੰ ਘਰੋਂ ਚੱਕ ਕੇ ਲੈ ਕੇ ਜਾਵਾਂਗੇ। ਦੱਸੋ ਇਸ ਤੋਂ ਮਤਲਬ ਅਣਹੋਣੀ ਘਟਨਾ ਕੀ ਹੋ ਸਕਦੀ ਹੈਗੀ ਆ? ਇਹ ਲਾਪਰਵਾਹੀ ਦੀ। ਹਾਂ, ਲਾਪਰਵਾਹੀ ਬਿਲਕੁਲ। ਤੇ ਤੁਹਾਡੇ ਇੱਥੇ ਇਹ ਜਿਹੜਾ ਜਰਨਲਿਸਟ ਕਾਫੀ ਸਾਰੇ ਜਿਹੜੇ ਕਿ ਕੋਵਿਡ ਦੇ ਸ਼ਿਕਾਰ ਵੀ ਪਾਏ ਗਏ ਨੇ, ਉਹ ਵਿਚਾਰੇ ਮੈਂ ਚਲੋ ਵਿਚਾਰੇ ਇਸ ਕਰਕੇ ਕਹਿ ਰਿਹਾ ਕਿਉਂਕਿ ਉਹਨਾਂ ਨੂੰ ਦਿਨ ਰਾਤ ਆਪਣੀ ਡਿਊਟੀ ਤੇ ਦੇਣੀ ਪਈ ਹੈ। ਤੇ ਡਿਊਟੀ ਵੀ ਇਹ ਇਹੋ ਜਿਹੀ ਹੈ ਵੀ ਤੁਸੀਂ ਘਰੇ ਰਹਿ ਕੇ ਦੇ ਨਹੀਂ ਸਕਦੇ, ਜਿੱਦਾਂ ਦੂਸਰੇ ਬਿਜ਼ਨਸ ਤੇ ਘਰੋਂ ਬਹਿ ਕੇ ਹੋ ਸਕਦੇ ਨੇ। ਤੇ ਵੀ ਸੜਕਾਂ ਤੇ ਜਾ ਕੇ, ਤੇ ਖਾਸ ਕਰਕੇ ਜਿੱਥੇ ਕੇਸਿਸ ਹੈਗੇ ਨੇ ਉੱਥੇ ਜਾ ਕੇ ਵੀ ਤੁਹਾਨੂੰ ਰਿਪੋਰਟਿੰਗ ਕਰਨੀ ਪੈਂਦੀ ਹੈ। ਤੇ ਕਾਫੀ ਸਾਰੇ ਉਹ ਤੁਹਾਨੂੰ ਕੋਈ ਨੰਬਰ ਫਿਗਰ ਕੋਈ ਆਈਡੀਆ ਹੈਗਾ ਵੀ ਕਿੰਨੇ ਕੁ ਜਿਹੜੇ ਹੈਗੇ ਨੇ ਆਪਣੇ ਜਰਨਲਿਸਟ ਭਰਾ ਉਹ ਇਸ ਦੇ ਸ਼ਿਕਾਰ ਹੋਏ ਨੇ? ਦੇਖੋ, ਮੈਂ ਪੂਰੇ ਇੰਡੀਆ ਦੀ ਗੱਲ ਕਰਨੀ ਚਾਹੂੰਗਾ ਵੀ ਕਿਤੇ ਨਾ ਕਿਤੇ ਜਾ ਕੇ ਜਿਹੜੇ ਹੈਗੇ ਆਪਣੇ ਪੱਤਰਕਾਰ ਭਾਈਚਾਰਾ ਹੈਗਾ, ਸਾਡਾ ਜਰਨਲਿਸਟ ਹੈਗੇ ਆ, ਇਹ ਇਫੈਕਟਿਵ ਹੋਏ ਆ, ਐਕਟਿਵ ਆਏ ਸੀ ਇਹ ਕੇਸ। ਲੇਕਿਨ ਪੰਜਾਬ ਦੇ ਵਿੱਚ ਬੜੀ ਰੱਬ ਦੀ ਮਿਹਰ ਰਹੀ ਹੈਗੀ ਆ। ਇਹਨਾਂ ਨੇ ਫਰੰਟ ਲਾਈਨ ਤੇ ਆ ਕੇ ਕੰਮ ਜ਼ਰੂਰ ਕੀਤਾ ਹੈਗਾ। ਔਰ ਇਹਨਾਂ ਪੰਜਾਬ ਦੇ ਵਿੱਚ ਮੇਰੇ ਹਿਸਾਬ ਨਾਲ ਜਿੱਥੋਂ ਤੱਕ ਮੈਨੂੰ ਨੌਲੇਜ ਹੈਗੀ ਆ, ਐਵੇਂ 5-7 ਪੱਤਰਕਾਰ ਆ ਜਿਹੜੇ ਉਹਨਾਂ ਨੂੰ ਪੋਜ਼ੀਟਿਵ ਆਇਆ ਹੈਗਾ। ਲੇਕਿਨ ਉਸ ਤੋਂ ਬਾਅਦ ਉਹ ਠੀਕ ਹੋ ਗਏ ਆ, ਰਿਕਵਰੀ ਹੋ ਗਈ ਆ, ਉਹ ਆਪਣੀ ਫੀਲਡ ਦੇ ਵਿੱਚ ਫਿਰ ਕੰਮ ਕਰ ਰਹੇ ਹੈਗੇ ਆ। ਇੱਕ ਗੱਲ ਮੈਂ ਜ਼ਰੂਰ ਕਰਨੀ ਚਾਹੂੰਗਾ ਤੁਹਾਡੇ ਮਾਧਿਅਮ ਰਾਹੀਂ ਕਿ ਜਿਸ ਤਰੀਕੇ ਨਾਲ ਤੁਹਾਡੀਆਂ ਸਰਕਾਰਾਂ, ਤੁਹਾਡੇ ਆਸਟ੍ਰੇਲੀਆ ਦੀਆਂ ਸਰਕਾਰਾਂ ਜਾਂ ਫੋਰਨ ਦੀਆਂ ਜਾਂ ਹੋਰ ਵਰਲਡ ਦੇ ਵਿੱਚ ਜਿਹੜੀਆਂ ਬਾਹਰਲੀਆਂ ਕੰਟਰੀਆਂ, ਉਹ ਸਰਕਾਰਾਂ ਹਰੇਕ ਬੰਦੇ ਦਾ ਸੋਚਦੀਆਂ, ਉਸ ਤਰੀਕੇ ਨਾਲ ਸਾਡੀ ਪੰਜਾਬ ਸਰਕਾਰ ਨੂੰ, ਭਾਰਤ ਸਰਕਾਰ ਨੂੰ ਇੱਕ ਅਪੀਲ ਹੈਗੀ ਹੈ, ਬੇਨਤੀ ਹੈਗੀ ਹੈ
ਕਿ ਜਿਸ ਤਰੀਕੇ ਨਾਲ ਤੁਹਾਡੀ ਪੰਜਾਬ ਪੁਲਿਸ ਦੇ ਤੁਸੀਂ ਬੀਮੇ ਕੀਤੇ ਆ, ਤੁਸੀਂ ਜਿਹੜੇ ਹੈਲਥ ਵਰਕਰ ਹੈਗੇ ਨੇ ਉਹਨਾਂ ਦੇ ਤੁਸੀਂ ਬੀਮੇ ਕੀਤੇ ਆ, ਉਹਨਾਂ ਦਾ ਰਿਸਕ ਕਵਰ ਕੀਤਾ ਹੈਗਾ, ਉਸੇ ਤਰੀਕੇ ਨਾਲ ਜਿਹੜੇ ਪੱਤਰਕਾਰ ਭਾਈਚਾਰਾ ਹੈਗਾ ਜਾਂ ਜਰਨਲਿਜ਼ਮ ਦੇ ਵਿੱਚ ਹੈਗੇ ਨੇ ਜਰਨਲਿਸਟ, ਉਹਨਾਂ ਦਾ ਵੀ ਬੀਮਾ ਕਵਰ ਹੋਣਾ ਚਾਹੀਦਾ, ਜ਼ਰੂਰੀ ਸੀ, ਕਿਉਂਕਿ ਇਹਨਾਂ ਨੇ ਵੀ ਫਰੰਟ ਲਾਈਨ ਦੇ ਵਿੱਚ ਆ ਕੇ ਕੰਮ ਕੀਤਾ। ਇਹਨਾਂ ਦੇ ਵੀ ਬੱਚੇ ਆ, ਇਹਨਾਂ ਦਾ ਵੀ ਪਰਿਵਾਰ ਆ, ਲੇਕਿਨ ਇਹਨਾਂ ਨੇ ਆਪਣੀ ਜਿਹੜੀ ਜ਼ਿੰਮੇਵਾਰੀ ਹੈਗੀ ਆ, ਆਪਣੀ ਡਿਊਟੀ ਹੈਗੀ ਆ, ਅਸੀਂ ਇਹ ਨਹੀਂ ਕਹਿੰਦੇ ਵੀ ਹੋਰ ਕਿਸੇ ਨੇ ਨਹੀਂ ਨਿਭਾਈ, ਇਹਨਾਂ ਨੇ ਵੀ ਨਿਭਾਈ ਆ। ਇਹਨਾਂ ਦੇ ਨਾਲ ਵੀ ਤੁਹਾਨੂੰ ਖੜਨਾ ਚਾਹੀਦਾ, ਇਹਨਾਂ ਦਾ ਰਿਸਕ ਕਵਰ ਕਰਨ ਲਈ ਤੁਹਾਨੂੰ ਅੱਗੇ ਆਉਣਾ ਚਾਹੀਦਾ। ਜਿਹੜੇ ਵਿਅਕਤੀਆਂ ਨੇ ਇਸ ਦੇ ਵਿੱਚ ਫਰੰਟ ਲਾਈਨ ਦੇ ਵਿੱਚ ਆ ਕੇ ਕੰਮ ਕੀਤਾ, ਉਹਨਾਂ ਨੂੰ ਜ਼ਰੂਰ ਤੁਸੀਂ ਕੋਈ ਨਾ ਕੋਈ ਉਹਨਾਂ ਦਾ ਬੀਮਾ ਜਾਂ ਉਹਨਾਂ ਦਾ ਕੋਈ ਨਾ ਕੋਈ ਜੋ ਵੀ ਉਹਨਾਂ ਦੀ ਸਹਾਇਤਾ ਬਣਦੀ ਉਹ ਤੁਹਾਨੂੰ ਕਰਨੀ ਚਾਹੀਦੀ ਹੈਗੀ। ਨਹੀਂ, ਬਹੁਤ ਜ਼ਰੂਰੀ, ਬਹੁਤ ਬਿਲਕੁਲ ਸਹੀ ਕਿਹਾ ਤੁਸੀਂ ਕਿ ਇਹ ਬਣਦਾ ਹੈ, ਕਰਨਾ ਚਾਹੀਦਾ। ਤੇ ਇਹ ਵੀ ਗੱਲ ਤੁਸੀਂ ਬੜੀ ਸਹੀ ਕਹੀ ਹੈ ਕਿ ਇੱਥੋਂ ਦੀਆਂ ਸਰਕਾਰਾਂ ਨੇ, ਮੈਂ ਇੱਕ ਚੀਜ਼ ਨਵੀਂ ਤੁਹਾਨੂੰ ਦੱਸ ਦਿਆਂ ਕਿ ਇੱਥੋਂ ਦੀ ਸਰਕਾਰ ਨੇ ਜਿਸ ਤਰੀਕੇ ਨਾਲ ਹੁਣ ਕੋਵਿਡ ਕਰਕੇ ਸਾਰਾ ਕੁਝ ਰੁਕ ਗਿਆ ਸੀ, ਤੇ ਉਹਨੇ ਯੂਨੀਵਰਸਿਟੀਆਂ ਦੇ ਵਿੱਚ ਆਪਣੀਆਂ ਫੀਸਾਂ ਘਟਾ ਦਿੱਤੀਆਂ। ਜਿਹੜੇ ਕਿ ਬੱਚੇ ਭਾਵੇਂ ਉਹ ਡਾਕਟਰੀ ਕਰ ਰਹੇ ਨੇ, ਇੰਜੀਨੀਅਰਿੰਗ ਕਰ ਰਹੇ ਨੇ ਜਾਂ ਹੋਰ ਸਟੱਡੀਜ਼ ਕਰ ਰਹੇ ਨੇ, ਉਹਨਾਂ ਦੀਆਂ ਫੀਸਾਂ ਘਟਾ ਦਿੱਤੀਆਂ। ਇਹ ਹਜੇ 2-3 ਦਿਨ ਪਹਿਲਾਂ ਹੀ ਡਿਕਲੇਅਰ ਹੋਇਆ, ਜਦ ਕਿ ਸਾਨੂੰ ਪਤਾ ਚੱਲਿਆ ਕਿ ਪੰਜਾਬ ਦੇ ਵਿੱਚ ਜਾਂ ਉੱਧਰ ਇੰਡੀਆ ਦੇ ਵਿੱਚ, ਮੈਨੂੰ ਇਹ ਨਹੀਂ ਪਤਾ ਵੀ ਸਟੇਟ ਲੈਵਲ 'ਤੇ ਕਿ ਪੰਜਾਬ ਇੰਡੀਆ ਲੈਵਲ 'ਤੇ, ਜਿਹੜੇ ਡਾਕਟਰੀ ਕਰ ਰਹੇ ਨੇ ਉਹਨਾਂ ਦੀਆਂ ਫੀਸਾਂ 60-70% ਵਧਾ ਦਿੱਤੀਆਂ ਗਈਆਂ, ਜਿਹੜਾ ਕਿ ਬਿਲਕੁਲ ਹੀ ਉਲਟ ਕੰਮ ਇੰਡੀਆ ਕਰਦਾ ਪਿਆ ਵਾ। ਤੇ ਨਾਲ ਦੇ ਨਾਲ ਹੀ ਜਿਹੜੇ ਫਰੰਟ ਲਾਈਨ ਦੇ ਵਿੱਚ ਇੱਥੇ ਆ ਕੇ ਕੰਮ ਕਰ ਰਹੇ ਸਨ ਡਾਕਟਰ ਜਾਂ ਜਿਹੜੇ ਵੀ ਫਰੰਟ ਲਾਈਨਰ ਹੈਗੇ ਸਨ, ਉਹਨਾਂ ਦੀਆਂ ਤਨਖਾਹਾਂ ਉਹਨਾਂ ਨੇ ਵਧਾ ਦਿੱਤੀਆਂ, ਜਿਹੜੀਆਂ ਕਿ ਆਉਣ ਵਾਲੀ 1 ਜੁਲਾਈ ਤੋਂ ਕਈਆਂ ਦੀਆਂ 2021 ਤੋਂ ਸ਼ੁਰੂ ਹੋਣਗੀਆਂ। ਤੇ ਇਹ ਵੀ ਨਾਲ ਉਹਨਾਂ ਨੇ ਮੇਕ ਸ਼ੋਰ ਕਰ ਦਿੱਤਾ ਇੱਥੋਂ ਦੀ ਸਰਕਾਰ ਨੇ ਕਿ ਉਹਨਾਂ ਨੂੰ ਘੱਟੋ ਘੱਟ 1 ਸਾਲ ਦੇ ਵਿੱਚ, ਆਉਣ ਵਾਲਾ 1 ਸਾਲ ਤੱਕ ਕੋਈ ਵੀ ਜੋਬ ਤੋਂ ਕੋਈ ਕੱਢ ਨਹੀਂ ਸਕਦਾ ਉਹਨਾਂ ਨੂੰ। ਇਹ ਸਾਥ ਦੇ ਰਹੀ ਹੈ ਇੱਥੋਂ ਦੀ ਸਰਕਾਰ ਨੇ। ਤੇ ਇੱਕ ਚੀਜ਼ ਲਾਸਟ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹਾਂਗਾ ਕਿ ਇੱਥੇ ਜਦੋਂ ਵੀ ਸਾਡੀ ਗੱਲਬਾਤ ਹੁੰਦੀ ਸੀ ਕਿਸੇ MLA MP ਜਾਂ ਹੋਰਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ, ਉਹਨਾਂ ਨੇ ਹਮੇਸ਼ਾ ਇਹੋ ਹੀ ਸਾਨੂੰ ਕਿਹਾ ਕਿ ਅਸੀਂ ਜਿੰਨਾ ਵੀ ਲੰਗਰ ਵੰਡਿਆ, ਜਿੰਨਾ ਵੀ ਆਟਾ ਦਾਲ ਦਿੱਤੀ, ਇਹ ਅਸੀਂ ਆਪਣੀ ਬੋਝ 'ਚੋਂ ਦਿੱਤੀ ਹੈ, ਸਰਕਾਰ ਦਾ ਤੇ ਵੱਖਰਾ। ਜੇ ਸਾਰੇ MLA MPs ਤਾਂ ਜਾਂ ਜਿੰਨੇ ਵੀ ਨੇਤਾ ਹੈਗੇ ਉਹਨਾਂ ਨੇ ਆਪਣੀ ਜੇਬ 'ਚੋਂ ਹੀ ਵੰਡਿਆ, ਤੇ ਫਿਰ ਸਰਕਾਰ ਦਾ ਰਾਸ਼ਨ ਵੰਡਿਆ ਕਿੰਨੇ ਹੈ? ਇੱਥੇ ਬਿਲਕੁਲ ਤੁਸੀਂ ਵਧੀਆ ਸਵਾਲ ਕੀਤਾ ਰਮੀਤ ਜੀ। 2 ਗੱਲਾਂ ਨੇ ਇੱਥੇ। ਪਹਿਲੀ ਗੱਲ, ਸਰਕਾਰ ਨੇ ਜਿਹੜਾ ਰਾਸ਼ਨ ਭੇਜਿਆ ਉਹ ਕਿੱਧਰ ਗਿਆ? ਉਹਦੇ ਤੇ ਸਟੈਂਪਾਂ ਲੱਗੀਆਂ ਹੋਈਆਂ ਸੀ, ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਵਾਲੀ ਤਸਵੀਰਾਂ ਛਪੀਆਂ ਹੋਈਆਂ ਸੀਗੀਆਂ। ਉਹ ਜਿਹੜਾ ਰਾਸ਼ਨ ਆ ਉਹ ਕਿੱਥੇ ਗਿਆ, ਉਹ ਕਿਹਨੇ ਵੰਡਿਆ? ਉਹ ਜਦੋਂ ਰਾਸ਼ਨ ਵੰਡਿਆ ਗਿਆ ਉਸ ਤੋਂ ਪਹਿਲਾਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਹੈਗੀਆਂ ਜਾਂ ਜਿਹੜੇ ਹੋਰ ਕਲੱਬ ਹੈਗੇ ਆ, ਉਸ ਤੋਂ ਪਹਿਲਾਂ ਆਲਰੇਡੀ ਉਹ ਲੋਕਾਂ ਦੇ, ਗਰੀਬਾਂ ਦੇ ਘਰਾਂ ਦੇ ਵਿੱਚ ਰਾਸ਼ਨ ਪਹੁੰਚਾ ਚੁੱਕੇ ਸੀ। ਔਰ ਦੂਸਰੇ ਪਾਸੇ ਜੇਕਰ ਗੱਲ ਕਰ ਲਈਏ ਕਿ ਜਿੰਨੀ ਕਵਰੇਜ ਮੀਡੀਆ ਦੇ ਵਿੱਚ ਅਸੀਂ ਵੇਖੀ ਹੈਗੀ ਹੈ, ਤਾਂ ਉਹ ਸਮਾਜ ਸੇਵੀ ਸੰਸਥਾਵਾਂ ਦੀ, ਸੋਸ਼ਲ ਜਿਹੜੀਆਂ ਆਰਗੇਨਾਈਜੇਸ਼ਨ ਹੈਗੀਆਂ, ਇਹਨਾਂ ਦੀ ਅਸੀਂ ਵੇਖੀ ਹੈਗੀ ਹੈ। ਦੂਸਰੇ ਪਾਸੇ ਪੰਜਾਬ ਸਰਕਾਰ ਕਹਿ ਰਹੀ ਹੈ ਵੀ ਅਸੀਂ ਰਾਸ਼ਨ ਵੰਡਿਆ, ਜਾਂ ਅਸੀਂ 5 ਕਿਲੋ ਆਟਾ, 2 ਕਿਲੋ ਜਿਹੜਾ ਚਾਵਲ ਹੈ, ਉਹਦੇ ਵਿੱਚ 1 ਪਾਈਆ ਜਾਂ ਅੱਧਾ ਕਿਲੋ ਕੁਛ ਵੀ ਹੈ, ਮਤਲਬ ਜਿੰਨਾ ਪਾਈਆ ਅੱਧਾ ਕਿਲੋ ਸਮਾਨ ਹੈਗਾ, ਉਹਦੇ ਨਾਲ ਹਰਮੀਤ ਜੀ ਦੱਸੋ ਵੀ ਜੇ ਪਰਿਵਾਰ ਦੇ ਵਿੱਚ 4 ਜੀ ਹੈ ਤੇ ਉਸ ਕਿੱਟ ਦੇ ਨਾਲ ਉਹਨਾਂ ਦੇ ਕਿੰਨੇ ਦਿਨ ਲੰਘਣਗੇ? ਜੇਕਰ ਉਹਨਾਂ ਨੂੰ ਪੂਰੇ 3 ਮਹੀਨੇ ਹੋ ਗਏ ਇਸ ਕੋਵਿਡ ਨੂੰ ਚੱਲਦੇ ਨੂੰ, ਜੇਕਰ 3 ਮਹੀਨਿਆਂ ਦੇ ਵਿੱਚ ਉਹਨਾਂ ਨੂੰ 3 ਵਾਰੀ ਵੀ, 1 ਮਹੀਨੇ 'ਚ 1 ਵਾਰੀ ਵੀ ਕਿੱਟ ਦਿੱਤੀ ਗਈ ਹੋਊਗੀ, ਤਾਂ ਕੀ ਉਸ ਇੱਕ ਕਿੱਟ ਦੇ ਨਾਲ 4 ਜੀ ਹੈ ਪਰਿਵਾਰ ਦੇ ਵਿੱਚ, ਉਹਨਾਂ ਦਾ ਢਿੱਡ ਭਰ ਜੂਗਾ? ਵਾਕਈ ਸੋਚਣ ਵਾਲੀ ਗੱਲ ਹੈਗੀ ਹੈ। ਔਰ ਦੂਸਰੇ ਪਾਸੇ ਜੇਕਰ ਗੱਲ ਕਰੀਏ ਗਰੀਬ ਵਿਅਕਤੀਆਂ ਦੀ, ਤਾਂ ਗਰੀਬ ਵਿਅਕਤੀਆਂ ਨੇ ਕਿਤੇ ਨਾ ਕਿਤੇ ਜਾ ਕੇ, ਅਸੀਂ ਗਰਾਊਂਡ ਜ਼ੀਰੋ ਤੇ ਫਿਰਦੇ ਰਹੇ ਹਾਂ, ਸਾਨੂੰ ਪਤਾ ਗਰੀਬ ਲੋਕਾਂ ਨੇ ਕਿਤੇ ਨਾ ਕਿਤੇ ਜਾ ਕੇ ਬੜੀਆਂ ਇੱਕ ਘਟੀਆ ਗੱਲਾਂ ਵੀ ਕੀਤੀਆਂ ਹੈਗੀਆਂ, ਕਿਉਂਕਿ ਰਾਸ਼ਨ ਹੈ ਗਰੀਬ ਲੋਕਾਂ ਨੂੰ ਦੇਣ ਜਾ ਰਹੇ ਹੈ, ਕੋਈ ਸੰਸਥਾ ਦੇਣ ਜਾ ਰਹੀ ਹੈ ਜਾਂ ਕੋਈ ਆਫਿਸਰ ਲਾਈਨ ਦੇ ਲੋਕ ਦੇਣ ਜਾ ਰਹੇ ਹੈ, ਜਾਂ ਅਸੀਂ ਮੀਡੀਆ ਪਰਸਨ ਵੀ ਹੈ, ਅਸੀਂ ਵੀ ਸੇਵਾ ਕੀਤੀ ਹੈ, ਅਸੀਂ ਵੀ ਲੋਕਾਂ ਤੋਂ ਕਲੈਕਟ ਕਰਕੇ ਉਹਨਾਂ ਨੂੰ ਦਿੱਤਾ ਜਾ ਰਿਹਾ। ਲੇਕਿਨ ਕਈ ਲੋਕਾਂ ਨੇ ਇੱਥੇ ਐਡੀਆਂ ਨੀਚ ਹਰਕਤਾਂ ਕੀਤੀਆਂ ਕਿ ਉਹ ਰਾਸ਼ਨ ਹੈ ਜਿਹੜਾ ਉਹਨੂੰ ਘਰਾਂ ਦੇ ਵਿੱਚ ਸਟੋਰ ਕਰਕੇ ਬਾਅਦ ਦੇ ਵਿੱਚ ਉਹਨਾਂ ਨੂੰ ਸੇਲ ਕੀਤਾ ਹੈਗਾ। ਕਈ ਗੱਲਾਂ ਇਹ ਵੀ ਸਾਹਮਣੇ ਆਈਆਂ ਹੈਗੀਆਂ। ਔਰ ਬੜਾ ਕਈ ਤਾਂ ਸੋਸ਼ਲ ਮੀਡੀਆ ਤੇ ਵੀਡੀਓ ਵੀ ਫਿਰਦੀਆਂ ਸੀਗੀਆਂ ਕਿ ਕੋਈ ਰਾਸ਼ਨ ਦੇਣ ਜਾ ਰਿਹਾ, ਉਹ ਰਾਸ਼ਨ ਦੇਣ ਤੋਂ ਪਹਿਲਾਂ ਉਹ ਲਾਈਵ ਹੋ ਜਾਂਦਾ ਹੈਗਾ, ਲਾਈਵ ਹੋ ਕੇ ਦਿਖਾਉਂਦਾ ਹੈਗਾ ਕਿ ਬਾਹਰ ਜਿਹੜੇ ਵਿਅਕਤੀ ਗਰੀਬ ਖੜੇ ਹੈਗੇ ਆ, ਉਹ ਰੋ ਰਹੇ ਆ, ਉਹ DC ਦੀ ਸ਼ਿਕਾਇਤ ਕਰ ਰਹੇ ਆ, ਉਹ DC ਦੀ ਕੋਠੀ ਦੇ ਬਾਹਰ ਬੈਠੇ ਆ। ਲੇਕਿਨ ਜਦੋਂ ਉਹਨਾਂ ਦੇ ਘਰਾਂ 'ਚ ਜਾ ਕੇ ਦੇਖਿਆ ਜਾ ਰਿਹਾ ਤਾਂ ਉਹਨਾਂ ਦੇ 5-5 ਕਿਲੋ ਦੇ ਜਿਹੜੇ ਮਰਤਬਾਨ ਹੈਗੇ ਆ, ਉਹ ਹਰੇਕ ਚੀਜ਼ ਦੇ ਨਾਲ ਭਰੇ ਹੋਏ ਆ, ਚਾਹੇ ਉਹ ਦਾਲ ਹੈ, ਚਾਹੇ ਉਹ ਚਾਵਲ ਹੈ, ਚਾਹੇ ਉਹ ਖੰਡ ਹੈ। ਲੇਕਿਨ ਉਹ ਫਿਰ ਵੀ DC ਦੀ ਕੋਠੀ ਦੇ ਬਾਹਰ ਜਾ ਕੇ ਰੋਂਦੇ ਪਏ ਆ, ਕਰਲਾਉਂਦੇ ਪਏ ਆ ਵੀ ਸਾਨੂੰ ਰਾਸ਼ਨ ਨਹੀਂ ਮਿਲਿਆ, ਅਸੀਂ ਘਰੇ ਭੁੱਖੇ ਬੈਠੇ ਹਾਂ। ਕਈ ਗੱਲਾਂ ਦੇਖਣ ਨੂੰ ਮਿਲੀਆਂ ਕੋਵਿਡ ਦੇ ਵਿੱਚ।
ਇਹਨੂੰ ਕਹਿੰਦੇ ਨਾ ਵੀ ਸਾਰੇ ਦਾ ਸਾਰਾ ਨਿਜ਼ਾਮ ਹੀ ਉਲਟਾ ਪਿਆ, ਥੱਲੇ ਤੋਂ ਲੈ ਕੇ ਉੱਪਰ ਸਰਕਾਰਾਂ ਤੱਕ। ਤੇ ਇੱਕ ਲਾਸਟ ਦੇ ਉੱਤੇ ਬਹੁਤ ਜ਼ਿਆਦਾ ਹੁਣ ਰੋਲਾ ਅਕਾਲੀ ਦਲ ਨੇ ਵੀ ਪਾਇਆ ਹੋਇਆ ਵਾ ਕਿ ਨੀਲੇ ਕਾਰਡ ਜਿਹੜੇ ਕੱਟੇ ਗਏ। ਮੈਂ ਤੁਹਾਡੇ ਕੋਲ ਇਸ ਕਰਕੇ ਪੁੱਛਦਾ ਕਿਉਂਕਿ ਰੋਲਾ ਉਹਨਾਂ ਦਾ ਤੇ ਸੁਣਨ ਨੂੰ ਨਜ਼ਰ ਆਉਂਦਾ, ਗਰਾਊਂਡ ਰਿਐਲਿਟੀ ਦੇ ਵਿੱਚ ਕੀ ਨੀਲੇ ਕਾਰਡ ਤੁਸੀਂ ਲੋਕਾਂ ਨੂੰ ਮਿਲੇ ਹੋਗੇ, ਇਹ ਜਾਣਬੁੱਝ ਕੇ ਕੱਟੇ ਗਏ ਨੇ ਕਿ ਜਾਂ ਵੈਸੇ ਹੀ ਉਹਨਾਂ ਦੇ ਨਾਮ ਨਹੀਂ ਆਏ? ਕਾਰਨ ਕੀ ਸੀ ਤੁਹਾਡੇ ਮੁਤਾਬਕ, ਤੁਸੀਂ ਲੋਕਾਂ ਨੂੰ ਮਿਲੇ? ਦੇਖੋ, ਮੈਂ ਇਸ ਤੇ ਕਵਰੇਜ ਵੀ ਕੀਤੀ ਆ ਨੀਲੇ ਕਾਰਡਾਂ ਤੇ। ਨੀਲੇ ਕਾਰਡ ਜਿਹੜੇ ਹੈਗੇ ਆ ਉਹ ਪੰਜਾਬ ਦੀ ਜਿਹੜੀ ਇਸ ਤੋਂ ਪਹਿਲਾਂ ਸਰਕਾਰ ਸੀ, ਬਾਦਲ ਸਰਕਾਰ ਨੇ ਬਣਾਏ ਸੀਗੇ, ਨੋ ਡਾਊਟ ਉਹ ਬਣਾਏ ਸੀਗੇ। ਲੇਕਿਨ ਰਾਜਨੀਤੀ ਹੈ, ਕੱਟੇ ਗਏ ਆ ਜਾਂ ਕਟਾਏ ਗਏ ਆ, ਇਹਦੇ ਬਾਰੇ ਕੁਝ ਵੀ ਬੋਲਣ ਨੂੰ ਅਸੀਂ ਨਹੀਂ ਬੋਲ ਸਕਦੇ ਹੈਗੇ। ਲੇਕਿਨ ਜਿਹੜੀ ਗੱਲ ਕਰਨੀ ਬਣਦੀ ਹੈਗੀ ਆ ਕਿ ਨੀਲੇ ਕਾਰਡ ਜਿਹੜੇ ਬੰਦੇ ਡਿਜ਼ਰਵ ਕਰਦੇ ਸੀਗੇ ਉਹਨਾਂ ਦੇ ਤਾਂ ਬਣੇ ਹੀ ਨਹੀਂ। ਨੀਲੇ ਕਾਰਡ ਜਿਹੜੇ ਬੰਦੇ ਡਿਜ਼ਰਵ ਕਰਦੇ ਸੀ ਉਹਨਾਂ ਦੇ ਤਾਂ ਬਣੇ ਨਹੀਂ। ਨੀਲੇ ਕਾਰਡ ਤਾਂ ਮੇਰੇ ਵਰਗੇ ਬਣਾ ਕੇ ਬੈਠ ਗਏ ਵੀ ਸਾਨੂੰ ਵੀ ਰਾਸ਼ਨ ਮਿਲ ਜੂਗਾ, ਵੀ ਅਸੀਂ ਵੀ ਰਾਸ਼ਨ, ਸਾਡੇ ਵੀ ਘਰਾਂ ਦੇ ਵਿੱਚ ਰਾਸ਼ਨ ਪਹੁੰਚ ਜਾਇਆ ਕਰੂਗਾ, ਸਾਨੂੰ ਸਾਇਲੈਂਟ ਮੋਡ ਤੇ ਕੋਈ ਨਾ ਕੋਈ ਬੈਨੀਫਿਟ ਮਿਲ ਜੂਗਾ ਨੀਲੇ ਕਾਰਡ ਦਾ। ਔਰ ਕਈ ਲੈਵਲ ਤੇ ਬਣੇ ਹੈਗੇ ਆ, ਇਹ ਨਹੀਂ ਹੈ ਬਣੇ ਹੁੰਦੇ, ਨਹੀਂ ਸਾਰੇ ਨਹੀਂ ਇਹੋ ਜਿਹੇ ਹੋ ਸਕਦੇ। ਬਿਲਕੁਲ ਨਜਾਇਜ਼ ਤੌਰ ਤੇ ਵੀ ਜਿਹੜੇ ਕੱਟੇ ਗਏ ਆ ਜਾਂ ਨਹੀਂ ਕੱਟੇ ਗਏ ਇਹਦੇ ਬਾਰੇ ਨਾ ਆਪਾਂ ਗੱਲ ਕਰੀਏ। ਲੇਕਿਨ ਰਾਜਨੀਤੀ ਹੈ, ਕਿਉਂਕਿ ਉਹ ਸਰਕਾਰ ਆਉਂਦੀ ਹੈ ਤਾਂ ਦੂਸਰੀ ਸਰਕਾਰ ਦਾ ਕਰਦੇ ਆ, ਸਾਰੇ ਕਰਦੇ ਆ, ਸ਼ੁਰੂ ਤੋਂ ਹੁੰਦਾ ਆਇਆ ਹੈਗਾ। ਲੇਕਿਨ ਜਿਹੜੀ ਇਹ ਗਰਾਊਂਡ ਲੈਵਲ ਦੀ ਜਿਹੜੀ ਰਿਪੋਰਟ ਹੈਗੀ ਹੈ ਕਿ ਨੀਲੇ ਕਾਰਡਾਂ ਦਾ ਮਿਸਯੂਜ਼ ਵੀ ਹੋਇਆ ਹੈਗਾ। ਜਿਨ੍ਹਾਂ ਲੋਕਾਂ ਦੇ ਬਣਨੇ ਚਾਹੀਦੇ ਸੀਗੇ ਉਹ ਦਰ ਹਜੇ ਵੀ ਧੱਕੇ ਖਾਈ ਜਾਂਦੇ ਆ, ਔਰ ਜਿਨ੍ਹਾਂ ਦੇ ਨਹੀਂ ਬਣਨੇ ਚਾਹੀਦੇ ਸੀਗੇ ਉਹਨਾਂ ਦੇ ਬਣ ਕੇ ਘਰਾਂ 'ਚ ਵੀ ਪਹੁੰਚੇ ਹੈਗੇ ਆ। ਬਹੁਤ ਬਹੁਤ ਸ਼ੁਕਰੀਆ ਅਮਨਦੀਪ ਲੱਕੀ ਜੀ ਤੁਹਾਡਾ ਸਮਾਂ ਦੇਣ ਦਾ ਸਾਨੂੰ, ਤੇ ਉਮੀਦ ਕਰਦੇ ਆ ਕਿ ਸਾਡੇ ਦਰਸ਼ਕਾਂ ਨੂੰ ਇਹ ਵਾਲੀ ਖਬਰ ਪਸੰਦ ਆਏਗੀ ਕਿਉਂਕਿ ਅਸੀਂ ਪੰਜਾਬ ਤੋਂ ਤੁਹਾਡੇ ਕੋਲੋਂ ਗਰਾਊਂਡ ਦੀ ਰਿਐਲਿਟੀ ਸਿੱਧੀ ਉਹਨਾਂ ਨੂੰ ਰੂਬਰੂ ਕਰਦੇ ਪਏ ਆ। ਤੇ ਉਮੀਦ ਕਰਦੇ ਆ ਕਿ ਤੁਹਾਡੇ ਨਾਲ ਫੇਰ ਅਸੀਂ ਕਦੀ ਨਾ ਕਦੀ ਜੁੜਾਂਗੇ, ਜੋ ਵੀ ਪੰਜਾਬ ਦੀ ਇਹ ਰਿਐਲਿਟੀ ਹੈਗੀ ਹੈ ਉਹ ਤੁਹਾਡੇ ਕੋਲੋਂ ਲਵਾਂਗੇ। ਤੇ ਇਸ ਦੇ ਨਾਲ ਹੀ ਅਸੀਂ ਸਾਫ਼ ਤੇ ਸਿੱਧੀ ਗੱਲ ਨੂੰ ਅੱਜ ਇੱਥੇ ਹੀ ਸਮਾਪਤ ਕਰਦੇ ਹਾਂ। ਤੇ ਦੇਖਣ ਵਾਲੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।